ਜੀ ਇੱਕ ਡਿਪਲੋਮੈਟ ਲਈ ਗੱਲ ਕਹਿਣਾ ਮੈਂ ਤੁਹਾਨੂੰ, ਵੀ ਬੀਇੰਗ ਇੰਡੀਅਨਸ ਵੀ ਕੈਨ ਟੀਚ ਫੋਰ ਫਾਦਰਸ ਆਫ ਦ ਵਰਲਡ ਵਾਟ ਇਜ਼ ਡਿਪਲੋਮੇਸੀ। ਸਾਡੇ ਇੱਥੇ ਚਣੱਕੇ ਵਰਗੇ ਬੰਦੇ ਹੋਏ ਨੇ, ਲੀਡਰਸ਼ਿਪ ਸਾਡੀ ਕੁਆਲਿਟੀ ਹੈ ਮੇਨ, ਕਹਿ ਸਕਦੇ ਹਾਂ। ਐਗਜ਼ੈਕਟਲੀ। ਸਾਡੇ ਆਪਣੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਵਿੱਚ ਮਹਾਨ ਯੋਧੇ ਹੋਏ ਨੇ, ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਇੱਕ ਜ਼ਫਰਨਾਮਾ ਲਿਖਿਆ ਸੀ। ਜੇ ਕੋਈ ਉਹ ਜ਼ਫਰਨਾਮਾ ਪੜ੍ਹ ਲੈਣਾ ਜੀ, that is something that is what will tell you what is Indian diplomacy, what is Indian set of mind। ਇੱਕ ਮਾਈਂਡ ਦੇ ਵਿੱਚ ਅਕਸਰ ਚੀਜ਼ ਆਉਂਦੀ ਆ ਵੀ ਪੰਜਾਬ, ਗੁਜਰਾਤ ਰਿਚੈਸਟ ਸਟੇਟਸ ਦੇ ਵਿੱਚੋਂ ਇੱਕ ਹੈ ਇੰਡੀਆ ਦੇ, ਬਟ ਇਹੀ ਕਹਿ ਰਹੇ ਆ ਵੀ ਇੱਥੇ ਕੁਝ ਹੈ ਨਹੀਂ, ਬਾਹਰ ਚੱਲਦੇ ਆ ਫੋਰਨ ਅਬਰੋਡ, ਇਦਾਂ ਕਿਉਂ? If we talk about India, I have seen people who are crazy for India, who knows that India is having opportunities। ਅੱਜ ਦੇ ਟਾਈਮ ਦੇ ਉੱਤੇ ਪੰਜਾਬ ਵਰਗੀ ਸਟੇਟ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਾਡੇ ਕੋਲ ਫਾਰਮਿੰਗ ਨੂੰ ਲੈ ਕੇ ਬਹੁਤ ਕੁਝ ਹੈ ਜੀ। ਇਹ ਜਿਹੜਾ ਯੂਥ ਹੈ ਨਾ, ਉਹਨੂੰ ਸਿਰਫ ਔਰ ਸਿਰਫ ਭਜਾਉਣ ਲਈ ਆਹ ਚੀਜ਼ ਹੈ ਕਿ ਕੁਝ ਆਰਗੇਨਾਈਜੇਸ਼ਨਸ ਇਦਾਂ ਦੀਆਂ ਹੋ ਗਈਆਂ ਜਿਨ੍ਹਾਂ ਨੇ ਯੂਥ ਨੂੰ ਗਲੋਰੀਫਾਈ ਕਰਤਾ, ਇੱਕ ਚਾਮ ਦਿਖਾਤਾ ਕਿ ਹਾਂਜੀ ਬਾਹਰ ਹੀ ਹੈ ਜੀ ਜੋ ਸਭ ਕੁਝ ਹੈਗਾ। ਸਰ ਆਈ ਕੈਨ ਬੈਟ ਯੂ ਦਿਸ ਥਿੰਗ, ਜਿਹੜਾ ਬੰਦਾ ਇੰਡੀਆ 'ਚ ਬਹਿ ਕੇ ਅਰਨਿੰਗ 5 ਫਿਗਰਸ 6 ਫਿਗਰਸ ਈਜ਼ੀਲੀ, ਉਹ ਇੰਡੀਆ ਛੱਡ ਕੇ ਜਾਊਗਾ ਹੀ ਨਹੀਂ, ਕਿਉਂਕਿ ਇੰਡੀਆ 'ਚ ਆਪਣਾ ਘਰ ਹੈ ਜੀ, ਆਪਣਾ ਰਾਜ ਹੈ। ਬਾਹਰ ਜਾ ਕੇ ਵੀ ਤੁਸੀਂ ਤਾਂ ਆਪਣੇ ਘਰ 'ਚ ਰਹਿੰਦੇ ਵੀ ਟੈਕਸ ਇਹੋ ਜਿਹਾ ਪੇ ਕਰ ਰਹੇ ਹੋ ਜਿਹੜਾ ਤੁਸੀਂ ਟੈਕਸਾਂ ਨੇ ਤੁਹਾਡੀ ਸਾਰੀ ਤਨਖਾਹ ਖਤਮ ਕਰਤੀਆਂ। ਇੰਡੀਆ ਤੁਸੀਂ ਰਾਜੇ ਹੋ। ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਕਾਨਫਰੰਸਸ ਕਰਦੇ ਹੋ ਹਨਾ, ਕਿੰਨੀਆਂ ਸਾਰੀਆਂ ਕੰਟਰੀਜ਼ ਦੇ ਵਿੱਚ ਗਏ ਹੋ, ਚੇਂਜਸ ਕੀ ਲੱਗੇ ਤੁਹਾਨੂੰ ਇੰਡੀਆ ਦੇ ਮੁਕਾਬਲੇ ਉਹਨਾਂ ਕੰਟਰੀਜ਼ ਦੇ ਵਿੱਚ? ਫਸਟ ਆਫ ਆਲ, ਇੰਡੀਅਨ ਯੂਥ ਬਹੁਤ ਮਾਈਂਡਫੁਲ ਹੈ। ਜਿੰਨਾ ਦਿਮਾਗ ਇੰਡੀਅਨ ਯੂਥ 'ਚ ਨਾ, ਕਿਸੇ ਕੰਟਰੀ ਦੇ ਯੂਥ ਵਿੱਚ ਇੰਨਾ ਦਿਮਾਗ ਨਹੀਂ ਹੋ ਸਕਦਾ। ਜਿਹੜਾ ਬੰਦਾ ਇੰਡੀਅਨ ਹੈ ਨਾ, ਉਹਦੇ ਕੋਲ ਜੁਗਾੜ ਹੀ ਬਹੁਤ ਨੇ, ਬਟ ਜਿਹੜਾ ਸਾਡਾ ਮਾਈਂਡਸੈਟ ਹੈ ਨਾ, ਵੀ ਇੰਡੀਅਨਸ ਹੈਵ ਫੌਟ ਫॉर ਅ ਫਰੀडम, ਵੀ ਹੈਵ ਦੈਟ ਮਾਈਂਡਸੈਟ ਆਫ ਪੈਟਰੀਓਟਿਜ਼ਮ ਇਨ ਅਸ। ਉਹ ਹੋਰ ਕਿਸੇ ਯੂਥ ਦੇ ਵਿੱਚ ਇੰਨਾ ਨਹੀਂ ਹੋਊਗਾ। ਆਈ ਹੈਵ ਗॉट ਦਿਸ ਗਲੋਰੀਅਸ opportunity, this golden opportunity to always hold my India's or my country's flag on stage। ਮੈਂ ਉਸ ਦੇ ਵਿੱਚ ਜਦ ਵੀ ਦੇਖਦਾ ਨਾ, everyone holding their flag from other countries, ਉਹਨਾਂ ਦਾ ਭਾਵੇਂ ਫਲੈਗ ਥੱਲੇ ਲੱਗ ਰਿਹਾ, ਕੁਝ ਹੋ ਰਿਹਾ, they are not no emotions, they are not bothered with that। but ਇਹੀ ਜੇ ਮੇਰੇ ਤੋਂ ਲੱਗੇ ਜਾਂ ਕਿਸੇ ਹੋਰ ਇੰਡੀਅਨ ਨੂੰ ਲੱਗੇ, we'll be bothered ਕਿ how is it happening। ਸੋਸ਼ਲ ਮੀਡੀਆ ਬੂਮ ਆ ਜਾਣਾ। ਸੋਸ਼ਲ ਮੀਡੀਆ ਨਹੀਂ ਸਰ, ਅਸੀਂ ਸੋਸ਼ਲ ਮੀਡੀਆ ਡਰ ਤੋਂ ਨਹੀਂ ਕਰਾਂਗੇ, ਸਾਡੇ ਦਿਲ ਨੂੰ ਨਹੀਂ ਚੰਗਾ ਲੱਗੇਗਾ। why, how is it happening? ਸਾਡੇ ਤੋਂ ਥੱਲੇ ਡਿੱਗ ਗਿਆ, ਇਹ ਕਿਵੇਂ ਹੋ ਗਿਆ? ਸਾਨੂੰ ਆਪ ਨੂੰ ਬੜਾ ਅਜੀਬ ਲੱਗੇਗਾ ਸਰ, ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਬਿਕੋਜ਼ ਇਹ ਚੀਜ਼ ਅਸੀਂ ਕਮਾਈ ਹੈ, ਸ਼ਾਇਦ ਇਹ ਸਾਡੇ ਖੂਨ 'ਚ ਹੈ ਸਾਰਿਆਂ ਦੇ। ਬਟ ਸਾਨੂੰ ਤਾਂ ਅੱਜ ਤੱਕ ਇਹੀ ਚੀਜ਼ ਕਹੀ ਜਾਂਦੀ ਹੈ ਵੀ ਉੱਥੋਂ ਦਾ ਜਿਹੜਾ ਯੂਥ ਹੈ ਉਹ 18 ਸਾਲ ਦਾ ਜਾਂ 16 ਸਾਲ ਦਾ ਹੁੰਦੇ ਹੀ ਇੰਡੀਪੈਂਡੈਂਟ ਕਰ ਦਿੱਤਾ ਜਾਂਦਾ ਹੈ। ਉਹ ਇੱਕ ਚੰਗੀ ਚੀਜ਼ ਹੈ ਜਾਂ ਉਹਦੇ 'ਚ ਅਸੀਂ ਪਿੱਛੇ ਰਹਿ ਗਏ ਹਾਂ? ਇੰਡੀਪੈਂਡੈਂਟ ਕਰਕੇ ਵੀ ਸਰ ਅੱਜ ਇਹ ਹਾਲ ਹੈ, ਦੇ ਹੈਵ ਟੂ ਟੇਕ ਅਪਾਇੰਟਮੈਂਟਸ ਟੂ ਮੀਟ देयर पेरेंट्स। ਸਤਿ ਸ਼੍ਰੀ ਅਕਾਲ ਰਾਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਬਸ ਜੀ ਬਹੁਤ ਵਧੀਆ। ਬਹੁਤ ਵਧੀਆ ਜੀ। ਅਸੀਂ ਅਕਸਰ ਹੀ ਸੁਣਦੇ ਆਏ ਹਾਂ ਵੀ ਪੋਲੀਟਿਕਸ 'ਚ ਜਾਣਾ ਤਾਂ ਐਕਸਪੀਰੀਅੰਸ ਬੰਦਾ ਹੋਣਾ ਚਾਹੀਦਾ, ਮੈਚਿਓਰਡ, ਕਹਿ ਸਕਦੇ ਹਾਂ ਵੀ 40-45 ਸਾਲ ਤੋਂ ਉੱਪਰ ਹੈ ਨਾ। ਬਿਜ਼ਨਸ ਕਰਨਾ ਹੈ, ਮੈਚਿਓਰਡ ਐਕਸਪੀਰੀਅੰਸ ਪਰਸਨ ਹੋਣਾ ਚਾਹੀਦਾ। ਹੁਣ ਜਦੋਂ ਯੂਥ ਐਮਪਾਵਰਮੈਂਟ ਦੀ ਤੁਸੀਂ ਗੱਲ ਕਰਦੇ ਹੋ, ਕਿ ਉਦੋਂ ਨੂੰ ਹੀ ਲੱਗਦਾ ਵੀ ਪਹਿਲਾਂ ਯੂਥ ਵਾਲੀ ਜ਼ਿੰਦਗੀ ਦੇਖ ਲੈਣੀ ਚਾਹੀਦੀ ਹੈ, ਉੱਥੇ ਵੀ ਐਕਸਪੀਰੀਅੰਸਡ ਬੰਦਾ ਚਾਹੀਦਾ ਹੈ, ਜਾਂ ਫਿਰ ਕਿਸ ਹੱਦ ਤੱਕ ਅਸੀਂ ਕਹਿੰਦੇ ਹਾਂ ਵੀ ਹਾਂਜੀ ਯੂਥ ਐਮਪਾਵਰਮੈਂਟ ਅਸੀਂ ਕਰ ਸਕਦੇ ਹਾਂ? ਸਰ ਐਕਚੁਅਲੀ ਦੇਖੋ, ਯੂਥ empowerment is basically you're empowering already a mindful youth। ਜਿਹੜਾ ਅੱਜ ਦੇ ਟਾਈਮ ਦਾ ਜਿਹੜਾ ਯੂਥ ਆ, ਜਿਹੜਾ ਅੱਜ ਦਾ ਦੌਰ ਹੈ ਨਾ ਜੀ, ਯੂਥ ਆਲਰੇਡੀ ਬਹੁਤ ਟ੍ਰੇਨਡ ਹੈ। the device that we have, ਆ ਮੋਬਾਈਲਸ, ਉਹ ਹਰ 30 ਸੈਕਿੰਡ ਬਾਅਦ ਨਾ ਸਾਨੂੰ ਇੱਕ ਨਵਾਂ ਟ੍ਰੈਂਡ, ਇੱਕ ਨਵਾਂ ਆਈਡੀਆ ਦੇ ਦਿੰਦੇ ਨੇ ਜੀ। ਸਿਰਫ ਇੱਕ ਡਾਇਰੈਕਸ਼ਨ ਐਂਡ ਇੱਕ ਰਾਈਟ ਵੇ ਆਫ ਡੂਇੰਗ ਇਟ ਜੀ, ਉਹ ਚੀਜ਼ ਦੇਣੀ ਜ਼ਰੂਰੀ ਹੈ। ਮੈਂ ਪਿੱਛੇ ਕਿਤੇ ਸੁਣਿਆ ਸੀਗਾ, ਕਹਿੰਦੇ ਨੇ ਜੀ ਕਿ ਇੱਕ ਬੰਦਾ ਉਹੀ ਕਾਮਯਾਬ ਹੁੰਦਾ ਹੈ ਜਿਹੜਾ ਤਾਲਾ, ਜਿਹੜਾ ਕਹਿੰਦੇ ਨੇ ਤਾਲਾ ਸਹੀ ਲੱਭਦਾ ਹੈ। ਚਾਬੀ ਤਾਂ ਹਰ ਕਿਸੇ ਨੂੰ ਮਿਲ, ਤਾਲਾ ਹਰ ਕੋਈ ਖੋਲ ਲੇਗਾ, ਬਿਲਕੁਲ। ਜਿਹੜਾ ਤਾਲਾ ਸਹੀ ਲੱਭ ਲੈਂਦਾ ਨਾ ਜੀ, ਉਹ ਬੰਦਾ ਇਜ਼ ਐਕਚੁਅਲ ਵਾਟ ਯੂ ਕੈਨ ਸੇ ਕੈਨ ਗੋ ਅਹੈਡ। ਜਿਹੜਾ ਅੱਜ ਕੱਲ੍ਹ ਦਾ ਯੂਥ ਹੈ ਨਾ, ਉਹਨੂੰ ਸਹੀ ਡਾਇਰੈਕਸ਼ਨ ਦੇਣੀ, ਉਹਨੂੰ ਉਹਦੇ ਲਈ ਉਹ ਪ੍ਰੋਸੈਸ ਈਜ਼ੀ ਕਰਨਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਕਹਿੰਦੇ ਵੀ ਇਸ ਚੀਜ਼ ਦੀ ਸ਼ੁਰੂਆਤ ਜਾਂ ਤਾਂ ਸਾਡੇ ਘਰ ਤੋਂ ਤੇ ਜਾਂ ਸਾਡੇ ਸਕੂਲ ਤੋਂ, ਜੋ ਕਹਿ ਸਕਦੇ ਸਾਡੀ ਮੁੱਢਲੀ ਸਿੱਖਿਆ ਹੁੰਦੀ ਹੈ, ਹਨਾ। ਬਿਲਕੁਲ। ਤੇ ਹਾਲਾਂਕਿ ਇਹ ਮੈਮੋਰਾਈਜ਼ਿੰਗ ਸਿਸਟਮ ਬਣ ਚੁੱਕਿਆ ਸਾਡਾ ਐਜੂਕੇਸ਼ਨ ਸਿਸਟਮ ਵੀ, ਬਟ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹੂੰਗਾ ਵੀ ਤੁਹਾਡੀ ਇਹ ਅਪਬ੍ਰਿੰਗਿੰਗ ਕਿਸ ਤਰੀਕੇ ਨਾਲ ਹੋਈ, ਤੁਹਾਡਾ ਇਸ ਲਾਈਨ 'ਚ ਕਿੱਦਾਂ ਆਉਣਾ ਹੋਇਆ? ਸਰ ਸ਼ੁਰੂਆਤੀ ਦੌਰ ਤੋਂ ਹੀ ਸਰ ਮੇਰਾ ਤਾਂ ਇੰਟਰਸਟ ਪੋਲੀਟਿਕਸ ਵੱਲ ਸੀਗਾ। ਓਕੇ। ਪੋਲੀਟਿਕਸ, ਇੰਡੀਅਨ ਸੋਸਾਇਟੀ। ਸੋ ਮੇਰੀ ਫੈਮਿਲੀ 'ਚ ਪੈਟਰੀਓਟਿਜ਼ਮ ਇਜ਼ ਲਾਈਕ ਔਨ ਪੀਕ। ਮੈਨੂੰ ਪੈਟਰੀਓਟਿਜ਼ਮ ਤਾਂ ਇਟਸ ਇਨ ਮਾਈ ਬਲੱਡ। ਓਕੇ। My father also served in government and he was serving in police, Punjab police. Okay. Then I had few of my family background who's from this army and police. So I always had this motivation to serve government. To serve India. I'm sorry, not government, to serve my nation. जी. So उधरों मेरी starting उधरों ही सीगी.
since childhood I wanted to go towards police and everything, but yeah, due to my conditions, due to my problem, I am colorblind, I cannot go for some uniform job. Okay. So I always wanted to do something related to that. And you are always like, God has always given you a Bilkul. good way. One door is closed, you'll be having 1,000 windows to go through. So that's what I had. एक दरवाजा बंद होया, 100 खिड़कियां खुल गईਆਂ जी. ਜੀ ਐਂਡ ਉੱਥੋਂ ਮੇਰਾ ਡਿਪਲੋਮੇਸੀ ਦਾ ਜਿਹੜਾ ਇੰਟਰਸਟ ਸੀਗਾ ਉਹ ਸ਼ੁਰੂ ਹੋਇਆ. ਆਈ ਯੂਜ਼ਡ ਟੂ ਲੁੱਕ ਐਟ ਪੋਲੀਟੀਸ਼ੀਅਨਸ ਐਂਡ ਐਵਰੀਥਿੰਗ. ਫਿਰ ਮੈਂ ਨਿਊਜ਼ ਜਿਹੜਾ ਕਰੰਟ ਅਫੇਅਰਸ ਐਂਡ ਐਵਰੀਥਿੰਗ, ਦੈਟ ਵਾਜ਼ ਐਨ ਇੰਟਰਸਟ ਬਿਲਡਿੰਗ. ਪੋਲੀਟੀਕਲ ਲਾਅ, this all made my interest in politics. Then I used to watch, you can say, political debates. ਓਕੇ The way our Indian bureaucrats are representing India internationally, our IFS officers. So that's what always gave me a charm. Je ye cheez nahi tha, ye main kar sakda. And ਇੱਥੇ I can give something to my country back. ਕਿਆ That's how I always wanted to be in this line. ਮੈਂ ਨਾ ਆਪਣੇ ਹਾਇਰ ਸਕੂਲ ਜਾਂ ਫਿਰ ਹਾਇਰ ਸੈਕੰਡਰੀ ਐਜੂਕੇਸ਼ਨ ਪੂਰੀ ਕਰ ਰਿਹਾ ਸੀ ਜਦੋਂ ਮੈਨੂੰ ਇੱਕ ਆਰਮੀ ਕਰਨਲ ਸੀ, ਉਹਨਾਂ ਤੋਂ ਕੁਝ ਜਿੱਦਾਂ ਇੰਗਲਿਸ਼ ਟਿਊਸ਼ਨਸ ਵਗੈਰਾ ਇਦਾਂ ਲੈਣ ਦਾ ਮੌਕਾ ਮਿਲਿਆ. ਤੇ ਉਹਨਾਂ ਨੇ ਇੱਕ ਵਾਰੀ ਸਵਾਲ ਪੁੱਛਿਆ ਸੀ ਕਿ ਬੈਸਟ ਲੀਡਰ ਕੌਣ ਹੁੰਦਾ ਹੈ ਜਾਂ ਫਿਰ ਪੋਲੀਟੀਸ਼ੀਅਨ ਕੌਣ ਹੁੰਦਾ ਹੈ. ਕਹਿੰਦੇ ਇੰਡੀਆ ਦੇ ਵਿੱਚ ਜੇਕਰ ਤੁਸੀਂ ਅੱਜ ਲੋਕਾਂ ਨੂੰ ਸਿਰਫ ਗੱਲਾਂ ਨਾਲ ਸੈਟੀਸਫਾਈ ਕਰ ਦਿੰਦੇ ਹੋ ਬਿਨਾਂ ਕੰਮ ਕੀਤੇ, ਯੂ ਆਰ ਪਰਫੈਕਟ ਫॉर ਇੰਡੀਅਨ ਪੋਲੀਟੀਸ਼ੀਅਨ. ਤੇ ਜੇਕਰ ਆਪਾਂ ਡਿਪਲੋਮੈਟਿਕ ਦੀ ਆਈ ਥਿੰਕ ਡੈਫੀਨੇਸ਼ਨ ਸਰਚ ਕਰਦੇ ਹਾਂ ਕਿਤੇ ਨਾ ਕਿਤੇ ਗੂਗਲ ਤੇ ਇਹੀ ਹੁੰਦਾ ਵੀ ਜੇਕਰ ਤੁਸੀਂ ਦੋ ਲੋਕ ਸੱਚ ਕਹਿੰਦੇ ਹੋਏ ਵੀ ਦੋ ਲੋਕਾਂ ਨੂੰ ਸੈਟੀਸਫਾਈ ਕਰ ਦਿੰਦੇ ਹੋ, ਜਾਂ ਡਿਪਲੋਮੈਟਿਕ. ਕਿਤੇ ਨਾ ਕਿਤੇ ਇਹ ਆਪਣੇ ਆਪ 'ਚ ਹੀ ਲੋਕਾਂ ਨੂੰ ਕਹਿ ਸਕਦੇ ਨਾ ਵੀ ਲੀਸਟ ਟਰਸਟਵਰਥੀ ਨਹੀਂ ਬਣ ਜਾਂਦੀ ਇਹ ਸਟੇਟਮੈਂਟ. ਸਰ ਐਸਾ ਹੈ ਜੀ, ਤੁਸੀਂ ਜਿਵੇਂ ਲੀਡਰ ਦੀ ਗੱਲ ਕਰ ਰਹੇ ਹੋ ਨਾ ਪਹਿਲੇ, ਆਈ ਵਿਲ ਕਮ ਟੂ ਦੈਟ ਪਾਰਟ. Being a yes man will take you to some extent of good hierarchy. But if you can say no, you'll be the best leader of all time. ਓਕੇ ਹੁਣ ਜੇ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਤੋਂ ਕੁਐਸਚਨ ਪੁੱਟ ਕਰ ਰਹੇ ਹੋ ਕਿ ਫॉर ਐਗਜ਼ਾਮਪਲ ਜੇ ਆਪਾਂ ਬੀਇੰਗ ਅ ਡਿਪਲੋਮੈਟਿਕ ਪਰਸਨ, ਦੋ ਬੰਦਿਆਂ ਨੂੰ ਜੇ ਆਪਾਂ ਕਨਵਿੰਸ ਕਰ ਜਾਈਏ, ਸੋ ਯੂ ਆਰ ਅ ਟਰੂ ਡਿਪਲੋਮੈਟ. ਸਰ ਡਿਪਲੋਮੇਸੀ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ, ਦੈਟ ਇਜ਼ ਨੈਗੋਸੀਏਸ਼ਨਸ. ਮੈਂ ਇੱਕ ਆਪਣੇ ਐਕਸਪੀਰੀਅੰਸ ਤੋਂ ਕਹਿ ਰਿਹਾ, ਮੇਰੇ ਤੋਂ ਵੀ ਬਹੁਤ ਦਿੱਗਜ ਬੈਠੇ ਨੇ, ਬਿਲਕੁਲ. ਬਟ ਜਿਹੜੀ ਨੈਗੋਸੀਏਸ਼ਨਸ ਹੁੰਦੀਆਂ ਨਾ, ਦੈਟ ਇਜ਼ ਵਾਟ ਮੇਕਸ ਯੂ ਅ ਪਰਫੈਕਟ ਡਿਪਲੋਮੈਟ. ਓਕੇ Also, ਜੇ ਇੱਕ ਡਿਪਲੋਮੈਟ ਲਈ ਗੱਲ ਕਹਿਣਾ ਮੈਂ ਤੁਹਾਨੂੰ, we being Indians, we can teach forefathers of the world what is diplomacy. ਅਸੀਂ ਵਾਸੁਦੇਵ ਕੁਟੁੰਬ ਦੇ, we are the kids of ਵਾਸੁਦੇਵ ਕੁਟੁੰਬ. So definitely sir, ਸਾਡੇ ਇੱਥੇ ਚਣੱਕੇ ਵਰਗੇ ਬੰਦੇ ਹੋਏ ਨੇ. ਲੀਡਰਸ਼ਿਪ ਸਾਡੀ ਕੁਆਲਿਟੀ ਹੈ ਮੇਨ ਕਹਿ ਸਕਦੇ ਹਾਂ. Exactly. ਜੇ ਤੁਸੀਂ ਐਕਚੁਅਲ ਕਹਿੰਦੇ ਹੋ ਨਾ ਕਿ what is ethical diplomacy, or what is an actual verbatim of politics, what is an actual political statement that has been given. ਸਾਡੇ ਆਪਣੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਵਿੱਚ ਮਹਾਨ ਯੋਧੇ ਹੋਏ ਨੇ, ਤੇ ਜਿਨ੍ਹਾਂ ਨੂੰ ਆਪਾਂ ਸੰਤ ਯੋਧਾ ਵੀ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ. ਉਹਨਾਂ ਨੇ ਇੱਕ ਜ਼ਫਰਨਾਮਾ ਲਿਖਿਆ ਸੀ. ਜੇ ਕੋਈ ਉਹ ਜ਼ਫਰਨਾਮਾ ਪੜ੍ਹ ਲੈਣਾ ਜੀ, that is something that is what will tell you what is Indian diplomacy, what is Indian set of mind. ਠੀਕ ਹੈ ਜੀ. ਸੋ ਮੇਨ ਚੀਜ਼ ਅੱਜ ਦੇ ਜੇਕਰ ਯੂਥ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਵੀ ਹੁਣ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਵੀ ਸਾਡੇ ਖੂਨ 'ਚ ਨੇ ਲੀਡਰਸ਼ਿਪ ਕੁਆਲਿਟੀਜ਼, ਹੈ ਨਾ, ਅਸੀਂ ਇੰਡੀਅਨਸ ਨੇ. ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਵੀ ਹਾਂਜੀ ਇੰਡੀਅਨ ਯੂਥ ਸਿਰਫ ਸੋਸ਼ਲ ਮੀਡੀਆ 'ਤੇ ਹੀ ਰਹਿ ਗਿਆ ਬਸ, ਜਾਂ ਤਾਂ ਯੂਜ਼ਰਸ ਨੇ ਤੇ ਜਾਂ ਫਿਰ ਕੁਝ ਉਹੀ ਡਾਂਸ ਕਰਨ ਵਾਲੇ ਰਹਿ ਗਏ ਨੇ. ਬਹੁਤ ਕੁਝ ਗਿਣੇ ਚੁਣੇ ਨੇ ਡੈਫੀਨੇਟਲੀ, ਬਹੁਤ ਕੁਝ ਮੈਂ ਕਹਿੰਦਾ ਯੰਗ ਮਾਈਂਡ ਨੇ ਜਿਹੜੇ ਬਹੁਤ ਵਧੀਆ ਵੀ ਕਰ ਰਹੇ ਨੇ, ਬਟ ਇੱਦਾਂ ਕੀ ਹੁੰਦਾ ਬਹੁਤ ਗਿਣੇ ਚੁਣੇ ਨੇ ਉਹ. Sir, there are two reasons behind it. One is that today's youth is in the ease mode. Thing is that basically they're finding ਜਿੱਥੋਂ ਇੱਕ ਅੱਜ ਦੇ ਟਾਈਮ 'ਚ ਨਾ ਬਹੁਤ ਜ਼ਿਆਦਾ ਮਨੀ ਮਾਈਂਡਡ ਸੈਟ ਆਫ ਮਾਈਂਡ ਬਣਾ ਦਿੱਤਾ ਗਿਆ. ਬਿਲਕੁਲ. ਜਿੱਥੇ ਈਜ਼ੀ ਮਨੀ ਹੈ, ਜਿੱਥੇ ਐਵਰੀਬਡੀ ਵਿਲ ਗੋ. ਬਿਲਕੁਲ. ਆਈ ਐਮ ਨਾਟ ਸੇਇੰਗ ਇਨਫਲੂਐਂਸਰਸ ਲਈ ਇਹ ਈਜ਼ੀ ਹੋਊਗਾ. ਆਫ ਕੋਰਸ ਉਹਨਾਂ ਦਾ ਵੀ ਇੱਕ ਬਹੁਤ ਜ਼ਿਆਦਾ ਇਹਦੇ 'ਚ ਯੋਗਦਾਨ ਹੈ. ਇੱਕ ਕੰਟੈਂਟ ਬਣਾਉਣਾ ਸੌਖੀ ਗੱਲ ਨਹੀਂ ਹੈਗੀ, ਬਟ ਜਿਹੜੇ ਤੁਸੀਂ ਕਹਿੰਦੇ ਨਾ ਸੋਸ਼ਲ ਮੀਡੀਆ ਵੱਲ ਹੀ ਰਹਿ ਗਿਆ ਯੂਥ, ਦੈਟ ਇਜ਼ ਵੇਅਰ ਯੂਥ ਹੈਵ ਐਕਚੁਅਲੀ ਫੋਰਗੋਟਨ ਦੇਅਰ ਓਨ ਸਕਿੱਲ ਐਂਡ ਪਾਵਰ. ਉਹਦੇ 'ਚ ਮੈਂ ਕੰਪਲੀਟਲੀ ਯੂਥ ਨੂੰ ਵੀ ਬਲੇਮ ਨਹੀਂ ਕਰਦਾ, ਉਹਦੇ 'ਚ ਮੈਂ ਕੰਪਲੀਟਲੀ ਸਿਸਟਮ ਨੂੰ ਵੀ ਬਲੇਮ ਨਹੀਂ ਕਰਦਾ, ਬਟ ਇੱਕ ਜਿਹੜਾ ਪ੍ਰੋਸੈਸ ਹੈ ਨਾ, ਦੈਟਸ ਡਿਪਲੋਮੈਸੀ ਆਈ ਥਿੰਕ. that process needs to be simplified, because ਜੇ ਤੁਸੀਂ ਉਹ ਪ੍ਰੋਸੈਸ ਨੂੰ ਪਿਛਲੇ ਇੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਸਿੰਪਲੀਫਾਈ ਨਹੀਂ ਕਰ ਪਾ ਰਹੇ, how will you excel your youth? ਹੁਣ ਅੱਜ ਦੇ ਟਾਈਮ ਤੇ ਇੱਕ ਤੁਸੀਂ ਲਾ ਲਓ, ਇੱਕ ਜਵਾਨ ਬੱਚਾ ਜੇ ਇੰਡੀਆ ਦੇ ਵਿੱਚ ਕੋਈ ਵੀ ਕਾਰੀਗਰੀ ਦਾ ਕੰਮ ਕਰੂਗਾ, ਉਹਦੀ ਤਾਂ ਬੇਇੱਜ਼ਤੀ ਕਰ ਉਹਦਾ ਤਾਂ ਕੰਮ, ਉਹਦਾ ਹਾਲ ਬੇਹਾਲ ਕਰ ਦੇਣਗੇ. ਉਹ ਇੰਡੀਆ 'ਚ ਕੰਮ ਹੀ ਨਹੀਂ ਕਰ ਸਕਦਾ. ਉਹੀ ਕੰਮ ਜੇ ਬੱਚਾ ਬਾਹਰ ਜਾ ਕੇ ਕਰ ਰਿਹਾ ਵਿਦ ਪ੍ਰਾਈਡ, with money, everything, ਉਹ ਸਿੰਪਲ ਵੀ ਹੈ, ਉਹ ਬੱਚਾ ਕਰ ਵੀ ਰਿਹਾ, ਉਹਦੇ 'ਚ ਐਕਸੈਲ ਵੀ ਕਰ ਰਿਹਾ. ਜੀ ਬਿਲਕੁਲ.
ਬਟ ਜਿਹੀ ਇਹੀ ਆਪਾਂ ਸਿਸਟਮ ਨੂੰ ਥੋੜਾ ਸਿੰਪਲੀਫਾਈ ਕਰਕੇ ਪ੍ਰੈਜ਼ੈਂਟ ਕਰੀਏ, ਜੇ ਪਿਛਲੇ 75 ਸਾਲ ਤੋਂ ਸਿੰਪਲੀਫਾਈ ਨਹੀਂ ਕੀਤਾ ਜਾ ਰਿਹਾ, ਫਿਰ ਤਾਂ ਇਹਨੂੰ ਹੋਰ ਆਪਾਂ ਕੰਪਲਿਕੇਟ ਹੀ ਕਰ ਰਹੇ ਹਾਂ। ਐਗਜ਼ੈਕਟਲੀ। then what is the use of democracy and constitution? We are democratic country. I just always appeal for simplification. ਜੇ ਆਪਾਂ ਥੋੜਾ ਜਿਹਾ ਨੂੰ simplify ਕਰ ਦਾਂਗੇ, ਅੱਜ I would say not only the powerful will lead the constitution, or not only the powerful lead the country, but the person who's having potential. ਜੀ And the people that we say constitution is for the people, not for power. ਜੀ ਅੱਜ ਦੀ ਸਟੇਟਮੈਂਟ ਇਹ ਬਣ ਚੁੱਕੀ, constitution is for power. ਬਟ ਜਦੋਂ ਕਹਿੰਦੇ ਨੇ ਵੀ ਇਹ ਚੀਜ਼ ਇੱਕ ਥਾਟ ਬਣ ਚੁੱਕਿਆ ਸਾਡੇ, ਜੇ ਤੁਸੀਂ ਕਿਹਾ ਕਿ ਉਹਦੀ ਬੇਇੱਜ਼ਤੀ ਕਰਕੇ ਬੁਰਾ ਹਾਲ ਕਰ ਦੇਣਗੇ, ਉਹ ਬੰਦਾ ਕਮਾ ਨਹੀਂ ਪਾਉਂਦਾ, ਇੰਡੀਆ 'ਚ ਰਹਿਣਾ ਔਖਾ ਹੋ ਜਾਂਦਾ ਵੀ ਜੇਕਰ ਤੁਸੀਂ ਇੱਕ ਕੰਮ ਕਰ ਰਹੇ ਹੋ। ਪਰ ਅਸੀਂ ਜਦੋਂ ਤੁਸੀਂ ਕਿਹਾ ਉਹਨੂੰ ਕੰਪਲਿਕੇਟਡ ਬਣਾ ਰਹੇ ਹਾਂ, ਅਸੀਂ ਆਪਣੇ ITI ਸਿਸਟਮ ਜੋ ਛੋਟੇ ਛੋਟੇ ਸੈਂਟਰ ਸੀ ਉਹ ਖਤਮ ਕਰਤੇ ਹੈ, ਅੱਜ ਕੱਲ੍ਹ ਬੱਚੇ ਸਕਿੱਲ ਸਿੱਖਣਾ ਹੀ ਬੰਦ ਕਰ ਗਏ ਹੈ। ਸੋ ਇਹਦੀ ਫਿਰ ਕਮੀ ਕਿੱਥੇ ਆ ਰਹੀ ਹੈ? ਬਿਲਕੁਲ ਬਿਗਨਿੰਗ ਤੋਂ ਐਜੂਕੇਸ਼ਨ ਸਿਸਟਮ 'ਚ ਖਰਾਬੀ ਹੈ, ਜਾਂ ਕਿੱਥੇ ਚੇਂਜਸ ਕਿੱਥੇ ਲਿਆਉਣੇ ਪੈਣਗੇ? ਸਰ ਫਸਟ ਆਫ ਆਲ ਇਹ ਜਿਹੜੀ ਚੇਂਜਸ ਨੇ ਨਾ, ਇਹ these are to be given by our schools. ਸਭ ਤੋਂ ਪਹਿਲਾਂ ਸਕੂਲਸ ਤੋਂ ਵੀ ਪਹਿਲਾਂ ਆਪਣਾ ਘਰ, ਜੀ where you are actually knowing ਕਿ ਹਾਂ ਯਾਰ there is a carpenter who is going to make my table and chair. ਇਹ ਕੋਈ ਮਿਸਤਰੀ, ਜੇ ਆਪਾਂ ਮਿਸਤਰੀ ਵੀ ਕਹਿ ਰਹੇ, ਮਿਸਤਰੀ is not a wrong word, ਮਿਸਤਰੀ is their occupation. he is skilled. ਜੇ ਤੁਸੀਂ ਅੱਜ ਦੇ ਟਾਈਮ ਤੇ ਟ੍ਰੇਡਿੰਗ ਕਰ ਰਹੇ ਹੋ, ਤੁਸੀਂ ਸੱਟੇਬਾਜ਼ ਹੋ, ਤੁਸੀਂ you are if you are a good cook, ਤੁਸੀਂ ਬਾਵਰਚੀ ਹੋ। So that's the thing, no? ਜੇ ਤੁਸੀਂ for example ਤੁਸੀਂ ਕਿਸੇ ਦੇ CEO, you're Muneen, what are you doing? ਜੇ ਆਪਾਂ ਦੇਖੀਏ, ਆਪਾਂ ਜੇ ਆਮ ਭਾਸ਼ਾ 'ਚ ਕਹੀਏ ਤਾਂ ਕਾਰੀਗਰੀ ਤਾਂ ਉਹੀ ਹੈ ਨਾ ਜੀ। ਪਰ that is what the thing, ਆਪਾਂ ਨੂੰ ਜਿਹੜੇ ਇਹ ਕੈਟੇਗਰੀਜ਼ ਨੇ ਨਾ, ਇਹ ਜਿਹੜੇ ਲੇਬਲ ਕਰ ਦਿੰਦੇ ਹਾਂ ਆਪਾਂ ਬੜੀ ਯੰਗ ਏਜ ਦੇ ਵਿੱਚ, ਜਿਹੜਾ ਬੱਚਿਆਂ ਦੇ ਸਾਹਮਣੇ ਆਪਾਂ, ਤੂੰ ਐਵੇਂ ਨਹੀਂ ਨਾ ਕਿ ਤੂੰ ਇਹ ਕੰਮ ਕਰੇਗਾ, ਤੂੰ ਪਰਚੂਨ ਦੀ ਦੁਕਾਨ ਤੇ ਬੈਠੇਗਾ। I am sorry to say sir, ਪਰਚੂਨ ਦੀ ਦੁਕਾਨ ਦਾ ਡੀਮਾਰਟ ਵੀ ਹੈ। ਬਿਲਕੁਲ। You guys go to DMart, you guys get stuff from there. ਪਰਚੂਨ ਦੀ ਦੁਕਾਨ ਤਾਂ ਉਹ ਵੀ ਹੈ ਜੀ, ਉਹ ਵੀ ਕਿਸੇ ਨੇ ਖੋਲੀ ਹੈ। So it's the tone, ਜਿਸ ਤਰੀਕੇ ਨਾਲ ਉਹ ਟੌਂਟ ਮਾਰਿਆ ਜਾਂਦਾ। that tone needs to be corrected up since your childhood. ਜੇ ਤੁਹਾਨੂੰ ਬਚਪਨ 'ਚ ਹੀ ਤੁਹਾਨੂੰ ਇਹ ਦੱਸ ਦਿੱਤਾ ਗਿਆ ਤੂੰ ਤਾਂ ਪੈਂਚਰ ਦੀ ਦੁਕਾਨ ਖੋਲੇਗਾ, ਸਰ ਐਵੇਂ ਤਾਂ ਹੈ ਨਹੀਂ ਜੀ। ਟਾਇਰਾਂ ਦੀ ਦੁਕਾਨਾਂ ਵੀ ਹੈਗੀਆਂ ਸਰ, ਦੇ ਬਿਗ ਸ਼ਾਟਸ। MRF is a brand and full name ਪਤਾ ਨਹੀਂ ਹੋਗਾ। you can say that. Madras Rubber Factory. we have who are actually having such brands. ਟਾਇਰ ਪਰਚੂਨ, ਤੁਸੀਂ ਪਰਚੂਨ ਦੀ ਦੁਕਾਨ ਕਹਿਤੀ, ਤੁਸੀਂ ਜੀ ਕਹੇ ਤੂੰ ਪੈਂਚਰ ਲਾਏਗਾ, ਉਹ ਪੈਂਚਰ ਲਾਣਾ ਟਾਇਰਾਂ ਦੀ ਕੰਪਨੀ ਖੋਲ ਕੇ ਬੈਠਾ ਜੀ। ਬਿਲਕੁਲ। ਤੁਸੀਂ ਉਹਨੂੰ ਇਹ ਤਾਂ ਨਾ ਕਹੋਗੇ ਪੈਂਚਰ ਦੀ ਦੁਕਾਨ ਹੈ। ਐਗਜ਼ੈਕਟਲੀ। ਸੋ ਦੈਟਸ ਦੀ ਥਿੰਗ। ਇੱਕ ਠੀਕ ਹੈ, ਸੋਸ਼ਲ ਮੀਡੀਆ ਮੈਂ ਕਹਾਂ ਵੀ ਅੱਜ ਦੇ ਟਾਈਮ ਤੇ ਲੋਕ ਸੋਸ਼ਲ ਮੀਡੀਆ ਤੇ ਬੈਠ ਕੇ ਹੀ ਸੋਸ਼ਲ ਮੀਡੀਆ ਨੂੰ, ਜਦੋਂ ਆਪਣਾ ਵੀ ਇਹੀ ਚੀਜ਼ ਆ, ਇੱਕ ਪੋਜ਼ਿਟਿਵ ਕ੍ਰਿਟਿਸਿਜ਼ਮ ਵੀ ਹੁੰਦਾ ਵੀ ਇਸ ਚੀਜ਼ ਨੂੰ ਬਦਲਣ ਦੀ ਲੋੜ ਹੈ। ਦੂਜੇ ਪਾਸੇ ਇਸ ਤੋਂ ਇਲਾਵਾ ਇਸ਼ੂਜ਼ ਬੜੇ ਆਉਂਦੇ ਨੇ, ਰਿਲੀਜੀਅਸ ਸਾਡੇ ਜਿਹੜੇ ਸੈਂਟੀਮੈਂਟਸ ਨੇ, ਜਾਂ ਫਿਰ ਰਿਲੀਜੀਅਸ ਸਾਡਾ ਯੂਥ ਨਾ ਮੈਨੀਪੂਲੇਟਡ ਹੈ, ਮੈਂ ਕਹੂੰਗਾ ਇਹ ਚੀਜ਼ ਹੈ ਨਾ, ਜੋ ਬਹੁਤ ਵੱਡੇ ਲੋਕਾਂ ਦੁਆਰਾ ਮੈਨੀਪੂਲੇਟ ਕੀਤਾ ਜਾਂਦਾ। ਉਸ ਥਾਟ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਉਹਨੂੰ ਕਿੱਦਾਂ ਬਦਲਿਆ ਜਾ ਸਕਦਾ? ਸਰ ਸਭ ਤੋਂ ਪਹਿਲੀ ਜੇ ਰਿਲੀਜੀਅਸ ਮੈਨੀਪੂਲੇਸ਼ਨ ਇਹ ਹੁੰਦੀ ਹੈ ਜੀ, ਬੇਸਿਕਲੀ ਜਦ ਤੁਹਾਨੂੰ ਕੋਈ ਚੀਜ਼ ਸਮਝਾ ਰਿਹਾ ਨਾ, ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਰਹੇ ਹੋ, ਯੂ ਆਰ ਅਗਰੀ ਟੂ ਦ ਪੁਆਇੰਟ, ਤੁਸੀਂ ਉਸ ਚੀਜ਼ ਨੂੰ ਸਮਝ ਕੇ ਉਸ ਨੂੰ ਆਪਣੀ ਲਾਈਫ ਤੇ ਐਪਲੀਕੇਬਲ ਕਰ ਰਹੇ ਹੋ। ਵਾਟ ਆਈ ਬਿਲੀਵ ਇਜ਼, ਆਈ ਯੂਜ਼ ਦ ਵਰਡ ਬਿਲੀਫ ਸਿਸਟਮ ਬਹੁਤ ਮੈਟਰ ਕਰਦਾ ਹੈ। ਅੱਜ ਦੇ ਟਾਈਮ ਦੇ ਉੱਤੇ ਯੂਥ ਹੁਣ ਬੇਵਕੂਫ ਨਹੀਂ ਬਣ ਸਕਦਾ ਜੀ। ਯੂਥ ਕੋਲ ਬਹੁਤ ਆਪਸ਼ਨਸ ਨੇ ਰਿਸਰਚ ਕਰਨ ਦੀ, ਹੁਣ ਜਿਹਨੇ ਨਹੀਂ ਕਰਨੀ ਉਹ ਨਹੀਂ ਕਰੇਗਾ, ਬਟ ਜਿਹੜਾ ਕਰ ਰਿਹਾ ਦੇ ਆਰ ਐਕਚੁਅਲੀ ਨੋਨ ਟੂ ਇਟ। ਐਂਡ ਆਈ ਕੈਨ ਸੇ ਦਿਸ ਥਿੰਗ ਕਿ ਅਸੀਂ ਜਿਹੜੀ ਥਾਂ ਤੇ ਬੈਠੇ ਆ ਨਾ ਅੱਜ ਦੇ ਟਾਈਮ ਤੇ, ਅੱਜ ਦਾ ਯੂਥ ਇੰਨਾ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਅਵੇਅਰ ਹੈਗਾ ਕਿ ਕੌਣ ਸਹੀ ਬੋਲ ਰਿਹਾ, ਕੌਣ ਗਲਤ ਬੋਲ ਰਿਹਾ ਜੀ। ਐਂਡ ਤੁਸੀਂ ਇਹ ਚੀਜ਼ ਵੀ ਦੇਖੋਗੇ, ਬਹੁਤ ਸਾਰੇ ਤੁਸੀਂ ਥਾਵਾਂ ਤੇ ਦੇਖਿਆ ਹੋਣਾ ਜਿੱਥੇ ਯੂਥ ਆਪ ਕੁਐਸਚਨਿੰਗ ਕਰਦਾ, ਬਹੁਤ ਵੱਡੇ ਸੰਤ ਮਹਾਤਮਾ ਨੂੰ ਕੁਐਸਚਨਿੰਗ ਕਰ ਰਿਹਾ। ਬਿਲਕੁਲ, ਇਟ ਇਜ਼ ਜਸਟ ਬਿਕਾਜ਼ ਆਫ ਯੂਥਸ ਅਵੇਅਰਨੈਸ। ਯੂਥ ਅਵੇਅਰ ਹੈ ਨਾ, that is the reason. ਮੇਰਾ ਮੇਨ ਜਿਹੜਾ ਮੋਟਿਵ ਹੈਗਾ ਉਹ ਇਹ ਹੈ that youth is not being tracked up to the right place. ਉਹ ਜਿਹੜੀ ਐਕਚੁਅਲ ਨੌਲੇਜ ਯੂਥ ਨੂੰ ਹੈਗੀ ਹੈ ਉਹ ਸਹੀ ਥਾਂ ਤੇ ਨਹੀਂ ਯੂਜ਼ ਹੋ ਰਹੀ। ਉਹ ਯੂਥ ਦੀ ਜਿਹੜੀ ਨੌਲੇਜ ਹੈ ਨਾ ਉਹ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਰਿਲੀਜੀਅਸ ਥਾਟਸ, ਜਿਵੇਂ ਤੁਸੀਂ ਮੇਰੇ ਤੋਂ ਕੁਐਸਚਨ ਕਰ ਰਹੇ ਹੋ, ਦੈਟ ਰਿਲੀਜੀਅਸਲੀ ਲਾਈਕ ਔਨ ਰਿਲੀਜੀਅਸ ਬੇਸਿਸ ਬਹੁਤ ਸਾਰੀ ਚੀਜ਼ਾਂ ਯੂਥ ਨੂੰ ਮੈਨੀਪੂਲੇਟ ਕਰਦੀਆਂ ਨੇ, ਬਟ ਕੋਈ ਧਰਮ ਇਹ ਚੀਜ਼ ਨਹੀਂ ਕਹਿੰਦਾ ਕਿ ਕੋਈ ਕੰਮ ਛੋਟਾ ਹੈ। ਅਸੀਂ ਆਪਣੇ ਧਰਮ ਦੀ ਗੱਲ ਕਰੀਏ ਸਰ, ਕੋਈ ਕੰਮ, ਕੋਈ ਕਾਰੀਗਰ ਕੋਈ ਹੋਵੇ, ਅਸੀਂ ਲੰਗਰ 'ਚ ਬਹਿ ਕੇ ਸਾਰੇ ਇਕੱਠੇ ਰੋਟੀ ਖਾਂਦੇ ਆ। ਬਿਲਕੁਲ ਜੀ। ਸਾਡਾ ਧਰਮ ਤਾਂ ਕਦੀ ਕਹਿੰਦਾ ਨਹੀਂ ਕਿਹੜਾ ਕੰਮ ਛੋਟਾ ਹੈ। ਇਹ ਤਾਂ ਅਸੀਂ ਆ ਜਿਨ੍ਹਾਂ ਨੇ ਕੰਮਾਂ ਨੂੰ ਕੈਟੇਗਰਾਈਜ਼ ਕਰਤਾ।
if even if I can say if there is a person who is serving me, या तो मैं उन्हें बोलूँगा वेटर है जी. जी. In a very clean words, I can say he's my server or he's a butler. That is categorized. I am working as a butler. That's something ਤੁਸੀਂ ਇਹਨੂੰ ਬੜਾ ਕਲਾਸੀਫਾਈ ਕਰਤਾ ਜੀ, ਕਲਾਸ ਹੋ ਗਈ ਜੀ. ਹੁਣ ਤੁਸੀਂ ਕਹੋਗੇ ਜੀ ਮੈਂ ਤਾਂ ਵੇਟਰ ਦਾ ਕੰਮ ਕਰ ਰਿਹਾ, ਲੋਕਾਂ ਨੇ ਬੇਇੱਜ਼ਤੀ ਕਰ ਮਾਰ ਦੇਣਾ. ਐਗਜ਼ੈਕਟਲੀ ਇਹੀ ਚੀਜ਼ ਹੁੰਦੀ ਹੈ. ਐਗਜ਼ੈਕਟਲੀ ਦਿਸ ਇਜ਼ ਦ ਥਿੰਗ. ਸੋ ਮੇਨ ਚੀਜ਼ ਇਹ ਹੈ ਵੀ ਜਿੱਦਾਂ ਠੀਕ ਹੈ ਲੋਕ ਬਹੁਤ ਜ਼ਿਆਦਾ ਅਵੇਅਰ ਨੇ, ਤੁਸੀਂ ਕਿਹਾ ਵੀ ਇੱਕ ਸਹੀ ਡਾਇਰੈਕਸ਼ਨ ਨਹੀਂ ਹੈ ਉਹਨਾਂ ਕੋਲ, ਐਂਡ ਹਾਊ ਕੈਨ ਦੈਟ ਹੈਪਨ? ਸੋ ਫॉर द ਰਾਈਟ ਡਾਇਰੈਕਸ਼ਨ what is important, ਪਹਿਲੀ ਚੀਜ਼ ਇਹ ਹੈ ਜਿਹੜੀ ਯੂਥ ਹੈ ਉਸ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਹੈ ਉਹ ਚੀਜ਼ ਦੇ ਬਾਰੇ ਰਾਈਟ ਐਜੂਕੇਟ ਕੀਤਾ ਜਾਵੇ, ਕਿੱਥੇ ਇੰਪਲੀਮੈਂਟ ਕਰਨਾ ਹੈ. ਓਕੇ. ਬਹੁਤ ਸਾਰੀਆਂ ਥਾਵਾਂ ਨੇ ਸਰ, ਹੁਣ ਜਿਵੇਂ ਅੱਜ ਦੇ ਟਾਈਮ ਦੇ ਸਕੂਲ ਦੇ ਵਿੱਚ ਕਾਉਂਸਲਿੰਗ ਸੈਸ਼ਨਸ ਹੁੰਦੇ ਨੇ ਜੀ. ਹਰ ਸਕੂਲ ਦੇ ਵਿੱਚ, ਹਰ ਸਕੂਲ ਆਪਣੀ ਇਨਸਾਈਟਫੁਲ ਆਪਣੀ ਮੀਡੀਆ ਲਈ ਕਾਉਂਸਲਿੰਗ ਸੈਸ਼ਨਸ ਕਰ ਰਿਹਾ ਜੀ. ਬਟ ਹਜੇ ਵੀ ਜੇ ਉਸ ਚੀਜ਼ ਦਾ ਮੋਟਿਵ ਪੂਰਾ ਨਹੀਂ ਨਾ ਕਰ ਰਹੇ that what is the right place to implement. ਸਰ 140 ਕਰੋੜ ਦੀ ਆਬਾਦੀ ਹੈ ਆਪਣੇ ਦੇਸ਼ ਦੀ, 140 ਕਰੋੜ ਦੇ ਵਿੱਚੋਂ ਵੀ ਜਿਹੜਾ ਯੂਥ ਹੈ ਆਪਣਾ, ਹੁਣ ਜੇ ਇਹ ਤਾਂ ਹੈ ਨਹੀਂ ਕਿ ਜੇ ਹਰ ਕੋਈ ਬਿਜ਼ਨਸ ਖੋਲ ਲੇਗਾ ਤਾਂ ਕਿਸੇ ਦਾ ਕੰਮ ਚੱਲੂਗਾ ਨਹੀਂ. 140 ਕਰੋੜ ਦੇ ਵਿੱਚੋਂ ਕੁਝ ਜਣੇ ਬਿਜ਼ਨਸ ਖੋਲ ਰਹੇ ਨੇ, ਕੁਝ ਜਣੇ ਕੰਮ ਕਰ ਰਹੇ ਨੇ, ਮਤਲਬ ਸਰਵਿਸ ਤਾਂ ਪ੍ਰੋਵਾਈਡ ਕੀਤੀ ਜਾ ਸਕਦੀ ਹੈ. ਬਿਲਕੁਲ ਜੀ. ਫਿਰ ਵੀ ਆਪਾਂ ਕਹਿ ਦਈਏ ਕਿ ਕੰਮਾਂ ਦਾ ਘੱਟ ਹੈ, ਵੀ ਡੋਂਟ ਹੈਵ ਓਪਰਚੁਨਿਟੀਜ਼, ਦੈਟ ਇਜ਼ ਨਾਟ ਫੇਅਰ ਨਾ. 140 ਕਰੋੜ ਲਈ ਤੁਸੀਂ ਸਿਰਫ ਜੇ 22 ਬੰਦਿਆਂ ਨੂੰ ਸਿਲੈਕਟ ਕਰੋਗੇ, how can 22 people serve 140 crore? ਇੱਕ ਮਾਈਂਡ ਦੇ ਵਿੱਚ ਅਕਸਰ ਚੀਜ਼ ਆਉਂਦੀ ਹੈ ਵੀ ਪੰਜਾਬ, ਗੁਜਰਾਤ, ਮੈਂ ਕਹਾਂ ਵੀ ਰਿਚੈਸਟ ਸਟੇਟਸ ਦੇ ਵਿੱਚੋਂ ਇੱਕ ਹੈ ਇੰਡੀਆ ਦੇ, ਬਟ ਇਹੀ ਕਹਿ ਰਹੇ ਆ ਵੀ ਇੱਥੇ ਕੁਝ ਹੈ ਨਹੀਂ, ਬਾਹਰ ਚੱਲਦੇ ਆ ਫੋਰਨ ਅਬਰੋਡ, ਇੱਦਾਂ ਕਿਉਂ? ਸਰ ਮੈਂ ਤੁਹਾਨੂੰ ਓਨੈਸਟਲੀ ਇੱਕ ਗੱਲ ਦੱਸ ਦਿੰਦਾ, ਜਿਹੜੀ ਆਪਾਂ ਅਬਰੋਡ ਵਾਲੀ ਗੱਲ ਕਰ ਰਹੇ ਹਾਂ ਨਾ ਜੀ, ਅਗੇਨ ਫॉर ਦੀ ਕਲਾਸੀਫਿਕੇਸ਼ਨ, ਫॉर ਦੀ ਜਸਟੀਫਿਕੇਸ਼ਨ ਟੂ ਦੀ ਵਰਲਡ, ਇਹ ਅਬਰੋਡ ਇੱਕ ਟਰਮ ਬਣ ਚੁੱਕੀ ਹੈ. If we talk about India, whenever I have been to my conferences, I have seen people who are crazy for India, who knows that India is having opportunities. ਅੱਜ ਦੇ ਟਾਈਮ ਦੇ ਉੱਤੇ ਪੰਜਾਬ ਵਰਗੀ ਸਟੇਟ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਾਡੇ ਕੋਲ ਫਾਰਮਿੰਗ ਨੂੰ ਲੈ ਕੇ ਬਹੁਤ ਕੁਝ ਹੈ ਜੀ, ਬਹੁਤ ਵੱਡੀਆਂ ਚੀਜ਼ਾਂ ਸਾਡੇ ਕੋਲ ਫਾਰਮਿੰਗ ਨੂੰ ਲੈ ਕੇ. ਸਰ ਇਟ ਇਜ਼ ਜਸਟ ਦੈਟਸ ਵਾਟ ਆਈ ਐਮ ਸੇਇੰਗ ਕਿ ਜਿਹੜਾ ਯੂਥ ਹੈ ਨਾ ਉਹਨੂੰ ਸਿਰਫ ਔਰ ਸਿਰਫ ਭਜਾਉਣ ਲਈ ਆਹ ਚੀਜ਼ ਹੈ ਕਿ ਕੁਝ ਆਰਗੇਨਾਈਜੇਸ਼ਨਸ ਇੱਦਾਂ ਦੀਆਂ ਹੋ ਗਈਆਂ ਜਿਨ੍ਹਾਂ ਨੇ ਯੂਥ ਨੂੰ ਇੱਕ ਗਲੋਰੀਫਾਈ ਕਰਤਾ, ਇੱਕ ਚਾਮ ਦਿਖਾਤਾ ਕਿ ਹਾਂਜੀ ਬਾਹਰ ਹੀ ਹੈ ਜੀ ਜੋ ਸਭ ਕੁਝ ਹੈਗਾ ਜੀ. ਸਰ ਆਈ ਕੈਨ ਬੈਟ ਯੂ ਦਿਸ ਥਿੰਗ, ਜਿਹੜਾ ਬੰਦਾ ਇੰਡੀਆ 'ਚ ਬਹਿ ਕੇ ਅਰਨਿੰਗ 5 ਫਿਗਰਸ 6 ਫਿਗਰਸ ਈਜ਼ੀਲੀ, ਉਹ ਇੰਡੀਆ ਛੱਡ ਕੇ ਜਾਊਗਾ ਹੀ ਨਹੀਂ, ਕਿਉਂਕਿ ਇੰਡੀਆ 'ਚ ਆਪਣਾ ਘਰ ਹੈ ਜੀ, ਆਪਣਾ ਰਾਜ ਹੈ. ਬਾਹਰ ਜਾ ਕੇ ਵੀ ਤੁਸੀਂ ਤਾਂ ਆਪਣੇ ਘਰ 'ਚ ਰਹਿੰਦੇ ਵੀ ਟੈਕਸ ਇਹੋ ਜਿਹਾ ਪੇ ਕਰ ਰਹੇ ਹੋ ਜਿਹੜਾ ਤੁਸੀਂ ਟੈਕਸਾਂ ਨੇ ਤੁਹਾਡੀ ਸਾਰੀ ਤਨਖਾਹ ਖਤਮ ਕਰਤੀਆਂ. ਇੰਡੀਆ ਤੁਸੀਂ ਰਾਜੇ ਹੋ, ਆਪਣੀ ਜਗ੍ਹਾ ਹੈ. ਐਂਡ ਇਹੋ ਜਿਹਾ ਬਹੁਤ ਯੂਥ ਹੈ ਸਰ ਜਿਹੜਾ ਬਾਹਰ ਜਾ ਕੇ ਵੀ ਨਾ ਇੰਡੀਅਨ ਮਾਈਂਡ ਸੈਟ ਰੱਖਦਾ ਹੈ. ਅੱਜ ਦੇ ਟਾਈਮ ਤੇ ਵੀ ਬਾਹਰ ਜਿਹੜਾ ਇੰਡੀਅਨ ਯੂਥ ਜਾ ਰਿਹਾ ਹੈ ਉਹਨੂੰ ਇੰਡੀਅਨ ਕਲਚਰ ਕਰਕੇ ਹੀ ਜਾਣਿਆ ਜਾ ਰਿਹਾ ਦੈਟ ਹੀ ਔਰ ਸ਼ੀ ਇਜ਼ ਐਨ ਇੰਡੀਅਨ ਜੀ. ਚਾਹੇ ਉੱਥੇ ਰੇਸਿਜ਼ਮ ਹੋਵੇ, ਚਾਹੇ ਉੱਥੇ ਕੋਈ ਪ੍ਰਾਊਡ ਵਾਲੀ ਗੱਲ ਹੋਵੇ, ਉਹਨੂੰ ਤਾਂ ਹੀ ਉਹਨੂੰ ਰੈਕੋਗਨਾਈਜ਼ ਵੀ ਉੱਦਾਂ ਕੀਤਾ ਜਾਂਦਾ ਦੈਟ ਹੀ ਔਰ ਸ਼ੀ ਇਜ਼ ਐਨ ਇੰਡੀਅਨ ਯੂਥ. ਹੁਣ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਕਾਨਫਰੰਸਸ ਕਰਦੇ ਹੋ ਹੈ ਨਾ, ਕਿੰਨੀਆਂ ਸਾਰੀਆਂ ਕੰਟਰੀਜ਼ ਦੇ ਵਿੱਚ ਗਏ ਹੋ, ਚੇਂਜਸ ਕੀ ਲੱਗੇ ਤੁਹਾਨੂੰ ਇੰਡੀਆ ਦੇ ਮੁਕਾਬਲੇ ਉਹਨਾਂ ਕੰਟਰੀਜ਼ ਦੇ ਵਿੱਚ? ਕਿਉਂ ਉਹਨਾਂ ਦਾ ਯੂਥ ਜ਼ਿਆਦਾ ਅਵੇਅਰ ਹੈ, ਜਾਂ ਫਿਰ ਕਿੱਥੇ ਉਹਨਾਂ 'ਚ ਕਮੀ ਹੈ, ਜਾਂ ਫਿਰ ਇੰਡੀਆ ਅੱਗੇ ਹੈ? ਸਰ ਮੈਂ ਇੱਕ ਚੀਜ਼ ਜਿਹੜੀ ਇਸ ਗੱਲ ਤੇ ਕਹੂੰਗਾ, ਫਸਟ ਆਫ ਆਲ ਇੰਡੀਅਨ ਯੂਥ ਬਹੁਤ ਮਾਈਂਡਫੁਲ ਹੈ. ਜਿੰਨਾ ਦਿਮਾਗ ਇੰਡੀਅਨ ਯੂਥ 'ਚ ਹੈ ਨਾ, ਉਹ ਕਿਸੇ ਕੰਟਰੀ ਦੇ ਯੂਥ ਵਿੱਚ ਇੰਨਾ ਦਿਮਾਗ ਨਹੀਂ ਹੋ ਸਕਦਾ. ਓਕੇ. ਜੇ ਮੈਂ ਕਹਾਂ an 18-year-old of India or an 18-year-old of some other country, you have no comparison. ਜਿਹੜਾ ਬੰਦਾ ਇੰਡੀਅਨ ਹੈ ਨਾ ਉਹਦੇ ਕੋਲ ਜੁਗਾੜ ਹੀ ਬਹੁਤ ਨੇ. ਉਹ ਜੁਗਾੜ ਜਿਹੜਾ ਐਕਚੁਅਲ ਵਰਡ ਹੈ ਨਾ, ਆਪਾਂ ਜੁਗਾੜ ਕਹਿ ਦਿੰਦੇ ਹਾਂ, ਦੈਟ ਇਜ਼ ਐਨ ਐਕਚੁਅਲ ਸਿੰਪਲੀਫਿਕੇਸ਼ਨ ਔਰ ਸੋਲਿਊਸ਼ਨ ਟੂ ਸਮ ਪ੍ਰੋਬਲਮ. ਬਿਲਕੁਲ. ਉਹ ਬਾਹਰ ਦੀ ਤੇ ਹੁਣ ਜੇ ਮੈਂ ਕਿਸੇ ਹੋਰ ਕੰਟਰੀ ਜਾਣਾ, ਉਹ ਡਿਫਰੈਂਸ ਕੀ ਹੈ ਜੀ, ਦੈਟ ਦੇ ਹੈਵ ਸਿੰਪਲੀਫਾਈਡ ਦੀ ਵੇਸ. ਓਕੇ. ਅਦਰਵਾਈਜ਼ ਆਰ ਗਵਰਨਮੈਂਟਸ what all political parties, they are very strong, sir. If you can talk monetarily or you can say educational way de which they are politicians, they are strong enough, they can make law. But that is what I am saying, they are yet not able to simplify the process. ਕਰਨਾ ਨਹੀਂ ਚਾਹੁੰਦੇ ਜਾਂ ਕਰ ਨਹੀਂ ਸਕਦੇ? Sir, now that is something I would say one thing, sir. Sir, ਇੱਕ ਜਿਹੜੀ ਕਰਨ ਦੀ ਚਾਹ ਹੁੰਦੀ ਹੈ ਨਾ, ਉਹ ਦਿਖਾਉਣੀ
ਤੇ ਕਰਨੀ ਬਹੁਤ ਫਰਕ ਹੁੰਦਾ ਸਰ ਉਹਦੇ 'ਚ। ਐਗਜ਼ੈਕਟਲੀ। ਤੁਸੀਂ ਕਿਸੇ ਨੂੰ ਆਪਣੇ ਮੈਨੀਫੈਸਟੋ 'ਚ ਇਹ ਚੀਜ਼ ਦਿਖਾ ਰਹੇ ਹੋ ਕਿ ਅਸੀਂ ਤਾਂ ਕਰਾਂਗੇ, ਉਹ ਤੁਸੀਂ ਇੱਕ ਵਿਜ਼ਨ ਦੇ ਰਹੇ ਹੋ, ਤੇ ਤੁਸੀਂ ਨਹੀਂ ਕਰ ਰਹੇ, ਉਹ ਤੁਸੀਂ ਉਹਦੀ ਅੱਖਾਂ ਦੇ ਉੱਤੇ ਪੱਟੀ ਬੰਨ ਰਹੇ ਹੋ। ਸੋ ਦੈਟਸ ਸਮਥਿੰਗ। ਬਾਹਰ ਦੇ ਜਿਹੜੇ ਸਰ ਮੈਂ ਆਈ ਹੈਵ ਬੀਨ ਟੂ ਕੰਟਰੀਜ਼, ਉੱਥੇ ਆਈ ਹੈਵ ਬੀਨ ਟੂ ਦੋਜ਼ ਕੰਟਰੀਜ਼ ਵੇਅਰ ਆਈ ਹੈਵ ਮੈਟ ਪੀਪਲ ਗਲੋਬਲੀ, ਆਈ ਹੈਵ ਮੈਟ ਯੂਥ ਗਲੋਬਲੀ। ਉੱਥੇ ਸਿਰਫ ਇੱਕ ਕੰਟਰੀ ਜਾ ਕੇ ਮੈਂ ਉੱਥੇ ਉਸੀ ਕੰਟਰੀ ਦਾ ਯੂਥ ਨੂੰ ਨਹੀਂ ਮਿਲਦਾ, ਉੱਥੇ ਬਹੁਤ ਸਾਰੀ ਕੰਟਰੀਜ਼ ਦੇ ਯੂਥ ਹੈ ਜੀ। ਐਂਡ ਮੈਂ ਹਰ ਉਸ ਯੂਥ ਦੇ ਵਿੱਚ ਚੀਜ਼ਾਂ ਦੇਖਦਾ, ਉਹਨਾਂ ਦਾ ਸ਼ਾਇਦ ਸਰ ਵੇ ਆਫ ਲਿਵਿੰਗ ਜਿਹੜਾ ਹੈਗਾ ਨਾ ਉਹ ਸਾਡੇ ਤੋਂ ਡਿਫਰੈਂਟ ਹੋ ਸਕਦਾ ਹੈ, ਓਕੇ। ਬਟ ਜਿਹੜਾ ਸਾਡਾ ਮਾਈਂਡਸੈਟ ਹੈ ਨਾ, ਵੀ ਇੰਡੀਅਨਸ have fought for a freedom, ਬਿਲਕੁਲ। we have that mindset of patriotism in us, ਜੀ। ਉਹ ਹੋਰ ਕਿਸੇ ਯੂਥ ਦੇ ਵਿੱਚ ਇੰਨਾ ਨਹੀਂ ਹੋਊਗਾ। ਓਕੇ। ਜਿਹੜੀ ਅਦਰ ਕੰਟਰੀਜ਼ 'ਚ ਇਨ ਚੀਜ਼ਾਂ ਸਰ ਉਹਦੇ 'ਚ ਇੰਨਾ ਨਹੀਂ ਹੈਗਾ ਜਿੰਨਾ ਆਈ ਹੈਵ ਸੀਨ ਇਨ ਇੰਡੀਅਨ ਯੂਥ। ਇੰਡੀਅਨਸ ਗੈਟ ਕ੍ਰੇਜ਼ੀ ਸਰ, ਮੈਂ ਸੌਰੀ ਮੈਂ ਕਿਸੇ ਨੂੰ ਵੀ ਐਵੇਂ offend ਨਹੀਂ ਕਰਨਾ ਚਾਹੁੰਦਾ, I have seen this, I have got this glorious opportunity, this golden opportunity to always hold my India's or my country's flag on stage with sharing the stage with all other countries. I've got this opportunity. ਤੇ ਮੈਂ ਉਸ ਦੇ ਵਿੱਚ ਜਦ ਵੀ ਦੇਖਦਾ ਨਾ, everyone holding their flag from other countries, ਉਹਨਾਂ ਦਾ ਭਾਵੇਂ flag ਥੱਲੇ ਲੱਗ ਰਿਹਾ ਕੁਝ ਹੋ ਰਿਹਾ, they are not No emotions. they are not bothered with that. But ਇਹੀ ਜੇ ਮੇਰੇ ਤੋਂ ਲੱਗੇ ਜਾਂ ਕਿਸੇ ਹੋਰ ਇੰਡੀਅਨ ਨੂੰ ਲੱਗੇ, we'll be bothered because how is it happening? ਸੋਸ਼ਲ ਮੀਡੀਆ ਬੂਮ ਆ ਜਾਣਾ। we cannot ਸੋਸ਼ਲ ਮੀਡੀਆ ਨਹੀਂ ਸਰ, ਅਸੀਂ ਸੋਸ਼ਲ ਮੀਡੀਆ ਡਰ ਤੋਂ ਨਹੀਂ ਕਰਾਂਗੇ, ਸਾਡੇ ਦਿਲ ਨੂੰ ਨਹੀਂ ਚੰਗਾ ਲੱਗੇਗਾ। why how is it happening? ਸਾਡੇ ਤੋਂ ਥੱਲੇ ਡਿੱਗ ਗਿਆ, ਇਹ ਕਿਵੇਂ ਹੋ ਗਿਆ, ਸਾਨੂੰ ਆਪ ਨੂੰ ਬੜਾ ਅਜੀਬ ਲੱਗੇਗਾ ਸਰ, ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ, ਬਿਕੋਜ਼ ਇਹ ਚੀਜ਼ ਅਸੀਂ ਕਮਾਈ ਹੈ, ਸ਼ਾਇਦ ਇਹ ਸਾਡੇ ਖੂਨ 'ਚ ਹੈ ਸਾਰਿਆਂ ਦੇ। ਜੀ। ਸੋ ਤੁਸੀਂ ਬਾਕੀ ਕੰਟਰੀਜ਼ ਦੇ ਵਿੱਚ ਜਾਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ, ਬਟ ਸਾਨੂੰ ਤਾਂ ਅੱਜ ਤੱਕ ਇਹੀ ਚੀਜ਼ ਕਹੀ ਜਾਂਦੀ ਹੈ ਵੀ ਉੱਥੋਂ ਦਾ ਜਿਹੜਾ ਯੂਥ ਹੈ ਉਹ 18 ਸਾਲ ਦਾ ਜਾਂ 16 ਸਾਲ ਦਾ ਹੁੰਦੇ ਹੀ ਇੰਡੀਪੈਂਡੈਂਟ ਕਰ ਦਿੱਤਾ ਜਾਂਦਾ ਹੈ, ਕਿ ਉਹ ਇੱਕ ਚੰਗੀ ਚੀਜ਼ ਹੈ ਜਾਂ ਉਹਦੇ 'ਚ ਅਸੀਂ ਪਿੱਛੇ ਰਹਿ ਗਏ ਹਾਂ? ਸਰ ਦੇਖੋ, ਅਸੀਂ ਪਿੱਛੇ ਨਹੀਂ ਰਹਿ ਗਏ, ਉਹ ਇੰਡੀਪੈਂਡੈਂਟ ਕਰਕੇ ਵੀ ਸਰ ਅੱਜ ਇਹ ਹਾਲ ਹੈ, ਦੇ ਹੈਵ ਟੂ ਟੇਕ ਅਪਾਇੰਟਮੈਂਟਸ ਟੂ ਮੀਟ ਦੇਅਰ ਪੇਰੈਂਟਸ। ਵੀ ਆਰ ਲੱਕੀ ਇਨਫ ਦੈਟ ਵੀ ਡੋਂਟ ਨੀਡ ਐਨੀ ਅਪਾਇੰਟਮੈਂਟ ਫਰਮ ਆਰ ਪੇਰੈਂਟਸ ਟੂ ਮੀਟ ਦੈਮ। ਓਕੇ। ਇੰਡੀਪੈਂਡੈਂਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਨਾ ਇੰਡੀਪੈਂਡੈਂਟ ਕਰ ਦਿਓ, ਆਪਣੇ ਮਾਂ ਬਾਪ ਨੂੰ ਮਿਲਣ ਲਈ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈ ਰਹੀ ਹੈ। ਇੰਡੀਪੈਂਡੈਂਸ ਦਾ ਮਤਲਬ ਇਹ ਹੈ ਸਰ ਦੈਟ ਦੇ ਆਰ ਸੈਟ ਫ੍ਰੀ ਮਾਈਂਡਡ, ਕਿ ਤੁਸੀਂ ਜੋ ਕਰਨਾ ਕਰੋ ਵਿਦ ਰਿਸਪੈਕਟ। ਉਹ ਟੋਨ ਹੈ ਫਰੀडम ਇੱਕ, ਜੀ। ਦੈਟ ਇਜ਼ ਅ ਟੋਨ, ਜਿਹੜੀ ਆਪਾਂ ਇੱਕ ਸਟਾਰਟਿੰਗ ਕੁਐਸਚਨ 'ਚ ਗੱਲ ਕੀਤੀ ਸੀ, ਟੋਨ ਆਫ ਟੈਲਿੰਗ them you are free, you want to do the work as a chef, you go for it. ਜੀ। You want to work as a builder, you go ahead. ਤੁਸੀਂ constructions ਕਰਨਾ, you be a builder, go ahead, we'll support you. You want to be a carpenter, you like to carve, you go for carving. You want to be a carpenter, you want to build, you want to get some wooden furniture done by yourself, you do it. ਤੁਸੀਂ ਆਪ ਕਰਨਾ ਚਾਹ ਰਹੇ ਹੋ, ਤੁਸੀਂ ਕਰੋ, ਉਹ freedom ਹੈ actually. It's like art for them. And in our country, sir, art ਸਾਡੀ ਕੰਟਰੀਜ਼ ਵੀ ਹੈ, that's I'm not saying. ਨਹੀਂ ਮਤਲਬ ਆਪਾਂ ਉਹਨੂੰ ਇਸ ਲੈਵਲ ਤੇ ਲੈ ਕੇ ਅਸੀਂ ਉਸ ਨੂੰ freedom ਨੂੰ ਟੋਨ ਦੇ ਵਿੱਚ ਜੇ ਕਲਾਸੀਫਾਈ ਨਾ ਕਰੀਏ ਨਾ, ਉਹ freedom ਸਾਡੇ ਇੱਥੇ ਵੀ ਹੈਗੀ ਹੈ। ਅੱਜ ਦੇ ਟਾਈਮ ਤੇ ਯੂਥ ਆਪਣੀ ਮਰਜ਼ੀ ਨਾਲ ਕਰ ਰਿਹਾ, ਐਂਡ ਆਈ ਕੈਨ ਸੇ ਦੈਟ ਦੇयर ਆਰ 50% ਪਲੱਸ ਔਰ ਅਬਵ। ਹੁਣ ਸਾਡਾ ਜਿਹੜਾ ਅੱਜ ਦਾ ਟਾਈਮ ਦਾ ਸਿਨੈਰੀਓ ਚੱਲ ਰਿਹਾ, ਦੈਟ ਪੇਰੈਂਟਸ ਆਰ ਐਕਸੈਪਟਿੰਗ what their child or their kid wants to do. ਉਹੀ ਚੀਜ਼ ਮੈਂ ਕਹਿ ਰਿਹਾ ਵੀ ਸਾਡੇ ਇੱਥੇ ਆਰਟ ਹੈ, ਬਟ ਅਸੀਂ ਉਸ ਆਰਟ ਨੂੰ ਬਹੁਤ ਥੱਲੇ ਤੱਕ ਰੱਖਦੇ ਹਾਂ ਨਾ। ਸਾਡਾ ਲੈਵਲ ਜਿੱਦਾਂ ਤੁਸੀਂ ਸਟਾਰਟਿੰਗ 'ਚ ਤੁਸੀਂ ਕਿਹਾ ਕਿ ਹਾਂਜੀ ਉਸ ਚੀਜ਼ ਨੂੰ ਅਸੀਂ ਬੇਇੱਜ਼ਤੀ ਸਮਝਦੇ ਹਾਂ ਕਿਤੇ ਨਾ ਕਿਤੇ, ਉਹ ਚੀਜ਼ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਇਸ਼ੂਜ਼ ਨੇ ਸਾਡੇ ਯੰਗ ਮਾਈਂਡਸ ਦੇ ਵਿੱਚ, ਕਿ ਉਹਨਾਂ ਕੋਲੇ ਨਾ ਇੱਕ ਠੀਕ ਹੈ, ਇੱਕ ਤਾਂ ਤੁਸੀਂ ਕਿਹਾ ਕਿ ਕੁਝ ਲੋਕ ਹੈ ਜਿਹੜੇ ਅਵੇਅਰ ਹੈ, ਠੀਕ ਹੈ, ਬਟ ਕੁਝ ਲੋਕ ਡਿਬੇਟਸ ਦੇ ਵਿੱਚ ਬੜਾ ਉਲਝ ਜਾਂਦੇ ਆ ਕਿ ਠੀਕ ਹੈ ਕਿਹੜੀ ਸਾਈਡ ਸਹੀ ਹੈ। ਜਿੱਦਾਂ ਕਹਿੰਦੇ ਆ ਨਾ ਵੀ ਹਾਂਜੀ, ਉਹੀ ਫਿਰ ਮੈਨੂਪੂਲੇਸ਼ਨ ਵਰਡ ਵਾਪਿਸ ਆਉਂਦਾ ਕਿ ਇੱਕ ਚੀਜ਼ ਦੇ ਪਿੱਛੇ ਲੱਗ ਜਾਣਾ, ਠੀਕ ਹੈ। ਕੁਝ ਪੋਲੀਟਿਕਸ ਵੀ ਹੋ ਸਕਦਾ ਕਿ ਉਧਰ ਵੀ ਆ ਚੀਜ਼ਾਂ ਆ ਜਾਂਦੀਆਂ ਨੇ। ਕੁਝ ਨਾਰਮਲ ਸਾਡੇ ਇੱਥੇ ਬਾਬੇ ਬੜੇ ਬਣ ਚੁੱਕੇ ਨੇ, ਠੀਕ ਹੈ, ਜਿਹੜੇ ਲੋਕਾਂ ਨੂੰ ਉਹ ਪਿੱਛੇ ਲਾ ਲੈਂਦੇ ਨੇ। ਇਹਨਾਂ ਚੀਜ਼ਾਂ ਤੋਂ ਨਿਕਲੇਗਾ ਤਾਂ ਬੰਦਾ ਕੁਝ ਕਰੇਗਾ। ਓਕੇ, ਸੋ ਸਰ ਹੁਣ ਜੇ ਆਪਾਂ ਗੱਲ ਕਰੀਏ ਕਿ ਇੱਕ ਯੂਥ ਉਲਝ ਜਾਂਦਾ ਕਿ ਮੈਂ ਕਿਸ ਪਾਸੇ ਜਾਵਾਂ, ਵਾਟ ਇਜ਼ ਰਾਈਟ ਐਗਜ਼ੈਕਟਲੀ। ਸੋ ਪਹਿਲੀ ਗੱਲ ਤਾਂ ਨਾ, ਜਿਹੜੀ ਸੈਂਸ ਆਫ ਹਿਊਮਿਲੇਸ਼ਨ ਹੈ, ਇਹ ਕਰਨੀ ਜ਼ਰੂਰੀ ਹੈ। ਜੇ ਇੱਕ ਪਾਸਾ ਗਲਤ ਵੀ ਹੋ ਗਿਆ ਨਾ, ਉਹ 4 ਸਾਲ ਬਾਅਦ ਜੇ ਯੂਥ ਨੂੰ ਰਿਗਰੈਟ ਹੈ, ਉਸ ਤੇ ਵਰਕ ਅਪਨ ਕਰ ਸਕੇ, ਉਸ ਚੀਜ਼ ਨੂੰ ਈਗੋ ਤੋਂ ਨਾ ਲੈ ਕੇ ਜਾਵੇ। ਦੈਟ ਸ਼ੁੱਡ ਬੀ ਦੀ ਮੇਨ ਮੋਟਿਵ। ਅਸੀਂ ਫਿਰ ਉਹੀ ਗੱਲ ਤੇ ਗੱਲ ਕਰਦੇ ਹਾਂ ਕਿ ਜਿਹੜੀ ਈਗੋ ਸੈਟਿਸਫੈਕਸ਼ਨ ਹੈਗੀ ਹੈ ਨਾ, that has to be made simplified. Simplification is my main motive to talk for youth. ਜੀ। ਇਹ ਚੀਜ਼ ਸਿੰਪਲੀਫਾਈਡ ਨਹੀਂ ਹੈਗੀ। ਹੁਣ ਫੋਰ ਐਗਜ਼ਾਮਪਲ ਇੱਕ ਬੰਦਾ ਹੈ, ਮੇਰੇ ਵਰਗਾ ਕੋਈ 18 ਸਾਲ ਦਾ ਬੰਦਾ ਹੈ, ਉਹ ਕਹਿੰਦਾ ਯਾਰ ਇਹ ਚੀਜ਼ ਸਹੀ ਹੈ, ਇਹ ਚੀਜ਼ ਸਹੀ ਹੈ, ਮੈਂ ਕਿਹਨੂੰ ਸਪੋਰਟ ਕਰਾਂ। ਚਲੋ ਉਹਨੂੰ ਫਰੀडम ਮਿਲ ਗਈ, ਉਹ ਕਹਿੰਦਾ ਮੈਂ ਇੱਥੇ ਜਾਊਂ, ਭਾਵੇਂ ਉਹ ਜਗ੍ਹਾ ਗਲਤ ਹੈ।
4 ਸਾਲ ਬਾਅਦ ਉਹ ਬੰਦਾ ਆਪਣੇ ਆਪ ਸਿੱਖੂਗਾ ਜੀ ਇਟ ਵਾਸ ਰੋਂਗ, ਹਮ, ਸਿੱਖ ਗਿਆ। ਹੁਣ ਸਾਡਾ ਅੱਜ ਦੇ ਜਿਹੜੇ ਟਾਈਮ ਦਾ ਮਾਈਂਡਸੈਟ ਹੈ ਨਾ, ਉਹ ਸਿੱਖ ਨੂੰ ਅਸੀਂ ਲਾਂਤਾਂ ਮੰਨਦੇ ਆ, ਐਗਜ਼ੈਕਟਲੀ ਇੱਕ ਟੈਗ ਲੱਗ ਉਹਨੂੰ ਅਸੀਂ ਉਸ ਚੀਜ਼ ਤੋਂ ਸਿੱਖਣ ਦਾ ਮੌਕਾ ਨਹੀਂ ਦਿੰਦੇ। ਹਮ, ਉਹ ਫਿਰ ਆਪਣੀ ਈਗੋ ਤੇ ਲੈ ਜਾਂਦਾ ਹਮ, ਐਂਡ ਅਗੇਨ ਉਸ ਦੇ ਰੈਪਲੀਕੇਸ਼ਨਸ ਫਿਰ ਪੂਰੀ ਕੰਟਰੀ ਫੇਸ ਕਰਦੀ ਹੈ, ਜਾਂ ਪੂਰਾ ਗਰੁੱਪ, ਜਾਂ ਫਿਰ ਪੂਰੀ ਕਮਿਊਨਿਟੀ, ਜਾਂ ਫਿਰ ਉਹ ਪੂਰਾ ਫੈਮਿਲੀ ਨੂੰ ਫੇਸ ਕਰਨਾ ਪੈਂਦਾ। ਉਹ ਕੁਐਸਚਨ ਜਿਹੜਾ ਨਾ ਸਰ, ਉਹ ਦੈਟ ਇਜ਼ ਰੋਂਗ। ਐਟਲੀਸਟ ਟਰਾਈ ਤਾਂ ਕਰਨ ਦੋ, ਐਗਜ਼ੈਕਟਲੀ। ਪਤਾ ਤਾਂ ਲੱਗੇ ਕਰਨਾ ਕੀ ਹੈ। ਤੁਹਾਡਾ ਫੇਵਰੇਟ ਡਿਪਲੋਮੈਟ ਕੌਣ ਹੈ? ਲੋਕ ਮੈਂ ਅਕਸਰ ਦੇਖਦਾ, ਹਾਊਐਵਰ ਹੀ ਇਜ਼ ਅ ਪੋਲੀਟੀਸ਼ੀਅਨ, ਲੋਕ ਜੈ ਸ਼ੰਕਰ ਜੀ ਦੇ ਬੜੇ ਫੈਨ ਹੋਏ ਸੀ ਪਿੱਛੇ ਜੇ, ਜੀ ਜੀ ਤੇ ਤੁਹਾਡਾ ਫੇਵਰੇਟ ਡਿਪਲੋਮੈਟ ਕੌਣ ਹੈ? ਸਰ ਰਾਈਟ ਨਾਓ ਸਰ ਦੀਪਕ ਵੋਰਾ, Okay. ਹੀ ਇਜ਼ ਅਮੇਜ਼ਿੰਗ ਵਿਦ ਹਿਸ ਵਰਡਸ ਐਂਡ ਐਵਰੀਥਿੰਗ। ਕੋਈ ਸਿਨੈਰੀਓ ਜਾਂ ਕੋਈ ਉਹਨਾਂ ਦੀ ਸਪੀਚ, ਕੁਝ ਵੀ ਜੋ ਤੁਹਾਨੂੰ ਮਤਲਬ ਇਦਾਂ ਕਿ So ਇਨਫਲੂਐਂਸ? his dedication of work. ਓਕੇ That's what always like motivates me. I got this golden opportunity to talk to him as well. ਓਕੇ ਤੇ I can say ਭਾਵੇਂ ਸਿਰਫ ਮੇਰੀ 2 ਲਾਈਨਾਂ ਦੀ ਗੱਲ ਸੀ ਉਹਨਾਂ ਨਾਲ, ਬਟ ਉਹ 2 ਲਾਈਨਾਂ 'ਚ ਯੂ ਕੈਨ ਜਸਟ ਅੰਡਰਸਟੈਂਡ ਵਾਟ ਕਾਈਂਡ ਆਫ ਚਾਰਜ ਹੀ ਗੇਵ ਮੀ। So I would say that person is glorifying our Indian diplomacy. He's doing wonders and he's very dedicated. ਅੱਜ ਉਹਨਾਂ ਨੂੰ 52 years ਹੋ ਚੁੱਕੇ ਨੇ being an ambassador serving India. So that's a huge number of age that you've crossed, 52 years. Sir, that's what I would say, Mr. Deepak Vora. ਓਕੇ ਨਾਈਸ। ਸੋ ਅੱਜ ਦਾ ਜਿਹੜਾ ਯੂਥ ਤੁਹਾਨੂੰ ਦੇਖ ਰਿਹਾ, ਉਹਨੂੰ ਅਗਰ ਕੁਝ ਤੁਸੀਂ ਸਕਿੱਲਸ ਜਾਂ ਫਿਰ ਕੁਝ ਵੀ ਇਦਾਂ ਦੀ ਇੱਕ ਪ੍ਰੋਪਰ ਡਾਇਰੈਕਸ਼ਨ ਸਟੈਪ ਬਾਏ ਸਟੈਪ ਦੇਣਾ ਚਾਹੋ, ਤਾਂ ਕਿੱਦਾਂ ਦੇ ਉਹ ਇੱਕ ਪ੍ਰੋਪਰ ਹੋਏਗਾ ਕਿ ਤੁਸੀਂ ਪੂਰਾ ਪ੍ਰੋਸੈਸ ਉਹਨਾਂ ਨੂੰ ਸਮਝਾ ਸਕਦੇ ਹੋ? ਕਿਸੇ ਵੀ ਲਾਈਨ ਦੇ ਵਿੱਚ ਹੋ ਸਕਦਾ। ਸਰ ਡਾਇਰੈਕਸ਼ਨ ਤਾਂ ਮੈਂ ਸਿਰਫ ਇੰਨਾ ਕਹੂੰਗਾ ਦੈਟ ਜਿਹੜੀ ਚੀਜ਼ ਸੌਖੀ ਲੱਗ ਰਹੀ ਹੈ, ਸਿੰਪਲੀਫਾਈਡ ਲੱਗ ਰਹੀ ਹੈ, ਉਹ ਚੀਜ਼ ਨੂੰ ਕਰੋ, ਬਟ ਉਸ ਦੇ ਰੈਪਲੀਕੇਸ਼ਨਸ ਨੂੰ ਪਹਿਲਾਂ ਦੇਖੋ। ਓਕੇ ਉਹ ਸਿੰਪਲੀਫਾਈਡ ਤਾਂ ਹੈ, ਨਾਟ ਬੈਡ, ਯੂ ਡੂ ਇਟ। ਪਰ ਉਹ ਸਿੰਪਲੀਫਿਕੇਸ਼ਨ ਜਿੰਨੀ ਉਹਦੀ ਹੈਗੀ ਹੈ ਕਿ ਕੀ ਅੱਗੇ ਜਾ ਕੇ ਉਹ ਤੁਹਾਨੂੰ ਗਰੋਥ ਦੇਗੀ। ਜੀ ਚਲੋ ਸਰ ਆਪਾਂ ਇਹ ਵੀ ਕਹਿ ਦਿੰਦੇ ਹਾਂ, ਯੂ ਵਾਂਟ ਟੂ ਟਰਾਈ ਦੈਟ, ਯੂ ਟਰਾਈ ਇਟ, ਬਟ ਇਨ ਐਂਡ ਆਊਟ ਤੁਸੀਂ ਆਪਣੀ ਇੱਕ ਸੇਫਟੀ ਵੀ ਦੇਖਣੀ ਹੈ। ਜੇ ਮੈਂ ਅੱਜ ਇੱਕ ਯੂਥ ਨੂੰ ਕਹੂੰਗਾ ਕਿ ਤੁਸੀਂ ਸਹੀ ਲਾਈਨ 'ਤੇ ਫਸਟ ਆਫ ਆਲ ਤੋਂ ਮੈਂ ਹਲੇ ਆਪ ਇਸ ਏਜ ਦੇ ਵਿੱਚ ਹਾਂ, ਮੈਂ ਇੰਨਾ ਕੁਛ ਆਈ ਵੋਂਟ ਗੋ ਫॉर दैट ਦੋਸ ਹਾਈ ਲੈਵਲ ਆਫ ਵਰਡਸ। ਮੈਂ ਇੱਕ ਸਿੰਪਲੀਫਿਕੇਸ਼ਨ ਵਰਡ ਦੇ ਵਿੱਚ ਇੰਨਾ ਹੀ ਕਹੂੰਗਾ ਦੈਟ try, hit it, and ask for your simplifications. Not for the right path, because you know the right path. You have the needful things in your hand. You can do it. You can create opportunities yourself. ਇੱਕ ਬਹੁਤ ਹੀ ਵਧੀਆ ਚੀਜ਼ ਮੈਂ ਸੁਣੀ ਸੀ ਸਰ ਜੀ, ਕਹਿੰਦੇ ਨੇ that if you don't have opportunities, create it for yourself. ਬਿਲਕੁਲ। So if our Indian youth is that much capable, ਜਿੰਨਾ ਸਾਡੇ ਕੋਲ skill set, mindset ਹੈਗਾ, you should create opportunities for yourself. Start with 0, start with -100. You will definitely come to a point where you will be able to grow it in that boom ਜਿੱਥੇ ਕੋਈ ਨਹੀਂ ਕਰ ਸਕਿਆ। ਇੱਕ ਉਹ ਯੂਥ ਹੈ ਜਿਹਦੇ ਬਾਰੇ ਆਪਾਂ ਹੁਣ ਤੱਕ ਗੱਲ ਕੀਤੀ ਵੀ ਸ਼ਾਇਦ ਡਾਇਰੈਕਸ਼ਨਲੈਸ ਕਹਿ ਸਕਦੇ ਹਾਂ, ਹੈ ਨਾ, ਕਿਤੇ ਨਾ ਕਿਤੇ ਉਹ ਚੀਜ਼ਾਂ ਸੀ। ਇੱਕ ਉਹ ਯੂਥ ਹੈ ਜਿਹੜਾ ਹਰ ਦਿਨ ਐਜੂਕੇਸ਼ਨ ਬਹੁਤ ਚੀਜ਼ਾਂ ਕਰ ਰਿਹਾ। ਫੋਰ ਐਗਜ਼ਾਮਪਲ ਮੈਂ ਕੰਪੀਟੀਟਿਵ ਐਗਜ਼ਾਮ ਦੀ ਗੱਲ ਕਰਾਂ, UPSC ਦਾ ਪਿੱਛੇ ਜੇ ਡਾਟਾ ਆਇਆ ਸੀ, ਆਈ ਥਿੰਕ ਮੋਰ ਦੈਨ 30 ਲੱਖ ਸਟੂਡੈਂਟਸ ਨੇ ਜਿਹੜੇ ਉਹ ਐਗਜ਼ਾਮ ਦਿੰਦੇ ਨੇ, ਤੇ ਕੁਝ ਗਿਣੇ ਚੁਣੇ ਮੇਰੇ ਖਿਆਲ ਨਾਲ ਸੀਟਸ ਹੁੰਦੀਆਂ ਨੇ ਜੋ ਲੈਕਸ ਦੇ ਵਿੱਚ ਆਉਂਦੀਆਂ ਵੀ ਨਹੀਂ ਆ। ਕਿਸ ਤਰੀਕੇ ਨਾਲ ਦੇਖਦੇ ਹੋ ਇਸ ਚੀਜ਼ ਨੂੰ? ਸਰ ਫਸਟ ਆਫ ਆਲ ਜਿਹੜੇ UPSC ਦੇ ਜਿਹੜੇ ਐਸਪੀਰੈਂਟਸ ਨੇ who are giving, first of all respect to them. They are giving a lot of, they are sacrificing a lot many things. ਮੇਰਾ ਹਲੇ ਅੱਗੇ ਸ਼ਾਇਦ ਉਹ ਜਾ ਕੇ ਕਦੀ ਦੌਰ ਆਇਆ, I don't know if I get that chance, but ਉਹ ਬਹੁਤ ਮਿਹਨਤ ਕਰ ਰਹੇ ਨੇ। ਉਹਨਾਂ ਦੀ ਮਿਹਨਤ ਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ। ਇਫ ਫॉर ਐਗਜ਼ਾਮਪਲ UPSC ਐਸਪੀਰੈਂਟ ਕਲੀਅਰਸ ਐਗਜ਼ਾਮ, ਦੈਟ ਵੰਡਰਸ, ਬਟ ਜੇ ਨਹੀਂ ਕਰ ਪਾਉਂਦਾ ਨਾ, ਆਪਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਕਿ ਉਸ UPSC ਦੇ ਵਿੱਚ ਫॉर ਐਗਜ਼ਾਮਪਲ ਇੰਟਰਵਿਊ ਦੇ ਵਿੱਚ ਕਾਫੀ ਬੱਚੇ ਰਹਿ ਜਾਂਦੇ ਨੇ, ਕਾਫੀ ਮੇਨਸ ਦੇ ਵਿੱਚ, ਕਾਫੀ ਪ੍ਰੀਲਿਮਸ ਦੇ ਵਿੱਚ। ਉਸ ਲੈਵਲ ਦੇ ਅਕੋਰਡਿੰਗ ਵੀ ਬੱਚਿਆਂ ਨੂੰ ਰੈਕਗਨੀਸ਼ਨ ਕਰਨਾ ਚਾਹੀਦਾ ਹੈ ਕਿ ਹਾਂ ਇਹਨਾਂ ਨੇ ਇੰਟਰਵਿਊ ਦਿੱਤਾ ਸੀਗਾ। ਜੇ ਇਸ ਲੈਵਲ ਤੱਕ ਗਿਆ ਹੈ, if you've competed lakhs of students or aspirants, ਉਸ ਦਾ ਵੀ ਕੋਈ ਲੈਵਲ ਹੈ, ਮਤਲਬ he or she can do something. ਉਹ ਰੀਅਪੀਅਰ ਕਰਨ, of course they will. ਕਦੀ ਕੋਈ ਬੰਦਾ ਖੇੜਾ ਨਹੀਂ ਛੱਡਦਾ। obviously if it's their dream, they won't leave it, they'll chase it. and yes, ਮੇਰੇ ਜਿਹੜੇ ਏਜ ਮੇਟਸ ਨੇ, ਮੈਂ ਉਹਨਾਂ ਨੂੰ ਹੀ ਕਹੂੰਗਾ, ਬਿਕੋਜ਼ ਉਹ ਤਾਂ ਮੇਰੇ ਤੋਂ ਬਹੁਤ ਸੀਨੀਅਰ ਜਿਹੜੇ ਹੁਣ ਇਸ ਟਾਈਮ ਤੇ ਦੇ ਰਹੇ ਨੇ ਐਗਜ਼ਾਮਸ, ਜਿਹੜੇ ਮੇਰੇ ਏਜ ਮੇਟਸ ਨੇ ਉਹਨਾਂ ਨੂੰ ਹੀ ਇੰਨਾ ਕਹੂੰਗਾ ਦੈਟ plan B is very important for everything. Exactly. Competition is important. Competition is must.
but your plan B where you are safe and secure, that is very important. ਆਈ ਥਿੰਕ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ। ਕਹਿੰਦੇ ਆ ਵੀ ਜਦੋਂ ਗਵਰਨਮੈਂਟ ਅਲਟੀਮੇਟਲੀ ਲੋਕਾਂ ਤੋਂ ਦੁਆਰਾ ਹੀ ਫਾਰਮ ਕੀਤੀ ਜਾਂਦੀ ਹੈ। ਸੋ ਤੁਹਾਡਾ ਪੋਲੀਟਿਕਸ ਦੇ ਵਿੱਚ ਇੰਟਰਸਟ ਹੈ, ਠੀਕ ਹੈ, ਮੈਂ ਇਹ ਨਹੀਂ ਕਹੂੰਗਾ ਵੀ ਕਿਹੜੀ ਪਾਰਟੀ ਫੇਵਰੇਟ ਹੈ ਜਾਂ ਕਿਹਨੂੰ ਹੈ। ਇੱਕ ਇਨਸਾਨ ਨੂੰ ਕੀ ਚੀਜ਼ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ? ਉਹਦੇ ਕੰਮ, ਉਹਦੀ ਪਾਰਟੀ, ਉਹਦਾ ਬੈਕਗਰਾਉਂਡ, ਜਾਂ ਕੀ ਚੀਜ਼ਾਂ? ਸਰ ਮੈਂ okay, so I'll answer this in very simplified way. If anybody wants to vote a party, ਮੇਰੇ ਅਕੋਰਡਿੰਗ about what I believe, ਜੀ, I believe is ਤੁਸੀਂ ਉਹਦੇ ਪਿਛਲੇ ਕੰਮ ਦੇਖੋਗੇ, ਤੁਸੀਂ ਡੀਮੈਰਿਟ ਜ਼ਿਆਦਾ ਦੇਖੋਗੇ, ਜੀ, ਮੈਰਿਟਸ ਦੇਖੋਗੇ। ਇੱਕ ਬੰਦਾ who's going to be the prime minister, ਉਹਦੇ ਕੁਝ ਕੈਬਿਨੇਟ ਮਿਨਿਸਟਰਸ ਹੋਣਗੇ। that's what I'm saying ਨਾ, ਕਿ ਇੱਕ group of people cannot lead 140 crore set of people. at least ਉਸ ਚੀਜ਼ ਨੂੰ ਸਿੰਪਲੀਫਾਈ ਜਾਂ ਉਸ ਚੀਜ਼ ਨੂੰ ਅੱਗੇ ਹੋਰ ਤੁਸੀਂ ਕਹਿ ਲਓ ਅੱਛੇ ਤਰੀਕੇ ਨਾਲ ਇੱਕ ਬੈਟਰ ਵੇ ਨਾਲ ਕਰਨ ਲਈ ਵੀ ਨੀਡ ਅ ਪ੍ਰੋਪਰ ਬਿਗ ਟੀਮ ਜਿਹਦੇ ਵਿੱਚ ਯੂਥ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਕੰਮ ਨਹੀਂ, ਤੁਸੀਂ ਆਹ ਦੇਖ ਕੇ ਦੇਖੋ ਕਿ ਉਹ ਇੱਕ ਬੰਦੇ ਦੇ ਉੱਤੇ ਇੰਨੀ ਰਿਸਪੌਂਸਿਬਿਲਿਟੀ ਹੈ, ਪੂਰੇ ਦੇਸ਼ ਦੀ ਰਿਸਪੌਂਸਿਬਿਲਿਟੀ ਹੈ, ਉਹ 5 ਸਾਲ ਦੇ ਵਿੱਚ ਕੀ ਕੁਝ ਕਰ ਲੂਗਾ। ਨਾਟ ਐਵਰੀਥਿੰਗ ਕੈਨ ਬੀ ਡਨ ਵਿਦ ਇਨ 5 years। ਤੁਸੀਂ ਆਹ ਚੀਜ਼ ਦੇਖੋ ਕਿ ਉਹ ਲੀਡਰ ਜਿਹੜਾ ਉਹ ਕਿੰਨਾ ਸਟਰੋਂਗ ਹੈ, ਸਟਰੋਂਗ ਔਨ ਦੀ ਬੇਸਿਸ ਆਫ ਉਹ ਕਿਸ ਤਰੀਕੇ ਨਾਲ ਤੁਹਾਡੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਓਕੇ, what is the actual scenario, what is his diplomatic stance towards other countries, ਕਿ ਉਹ ਦੂਜੀ ਕੰਟਰੀ ਨਾਲ ਡੀਲ ਕਿਵੇਂ ਕਰ ਰਿਹਾ, ਆਪਣੀ ਕੰਟਰੀ ਦੇ ਵਿੱਚ ਕਿਵੇਂ ਡੀਲ ਕਰ ਰਿਹਾ, and not only just working skills, how is he dealing with people। ਵੋਟ ਦੇ ਟਾਈਮ, ਇਲੈਕਸ਼ਨਸ ਦੇ ਟਾਈਮ ਤੇ ਹਰ ਮੰਤਰੀ ਤੁਹਾਨੂੰ ਮਿਲੂਗਾ ਜੀ, ਅਸੀਂ ਕਹਿੰਦੇ ਹਾਂ ਆਫਟਰ ਇਲੈਕਸ਼ਨਸ ਕੋਈ ਨਹੀਂ ਮਿਲਦਾ, ਬਟ ਤੁਸੀਂ ਆਹ ਚੀਜ਼ ਉਹਦੇ ਬੈਕਗਰਾਉਂਡ ਤੋਂ ਚੈੱਕ ਕਰ ਸਕਦੇ ਹੋ ਕਿ ਕੀ ਉਹ ਮਿਲ ਰਿਹਾ ਹੈ, whether that minister is for power or for people। because ਜਦ ਆਪਣਾ constitution ਬਣਿਆ ਸੀਗਾ, constitution was said to be made for people, but ਜੇ ਆਪਾਂ ਅੱਜ ਦਾ ਦੌਰ ਦੇਖੀਏ constitution is for power। that's what we are looking into। ਮੈਂ ਆਲਮੋਸਟ ਲਾਸਟ ਕੁਐਸਚਨ, ਅੱਜ ਦੀ ਇੰਡੀਅਨ ਗਵਰਨਮੈਂਟ ਤੋਂ ਖੁਸ਼ ਹੋ? ਸਰ ਮੈਂ ਜਿਸ ਸਪੇਸ ਨਾਲ ਕੰਮ ਹੋ ਰਿਹਾ ਉਸ ਦੇ ਅਕੋਰਡਿੰਗ ਤੇ ਸਰ ਦੇਖੋ ਇੰਟਰਨੈਸ਼ਨਲ ਲੈਵਲ ਦੇ ਉੱਤੇ it's all right, it's going on a good pace। I won't comment, I will just keep my comments aside for this। if I come apni country de basis de utte, what I believe is that Indian government is working, but working in their own way। and one thing I would say that no Indian and no party person can ask for the justice from that nation whose flag are being burnt on every Fridays by their own people। so ਤੁਸੀਂ ਕਿਸੇ ਤੋਂ ਜਸਟਿਸ ਨਹੀਂ ਮੰਗ ਸਕਦੇ, ਨਾ ਉਹ ਆਪੋਜੀਸ਼ਨ, ਨਾ ਉਹ ਰੂਲਿੰਗ ਇੱਕ ਦੂਜੇ ਤੋਂ ਪੁੱਛ ਸਕਦੀ ਹੈ ਜੀ, ਨਾ ਉਹ ਆਮ ਜਨਤਾ ਪੁੱਛ ਸਕਦੀ ਹੈ ਜਿਹੜੀ ਹਰ ਫਰਾਈਡੇ ਨੂੰ ਆਪਣੀ ਕੰਟਰੀ ਦੇ ਆਪ ਹੀ ਝੰਡੇ ਜਲਾ ਰਹੀ ਹੈ ਨਾ। so that's what I would like to end with। I won't comment of any of the party member or anything। they are doing whatever they're doing। yes, there are few things that are to be recognized। there are many questions related to the back war scenario that happened in India, related to a lot many demolitions that happened in India, related to a lot many you can say the things that could be created into a genocide in India। those things needs to be questioned। and I guess I will rest my opinion over here। I won't go ahead, it should be because it might lead to some, but I respect whosoever is serving my nation and always salute to that person। that's how I would like to answer that। ਵੈਲ ਥੈਂਕ ਯੂ ਸੋ ਮਚ। ਆਈ ਥਿੰਕ ਕਿ ਸਾਡੇ ਦੇਸ਼ ਨੂੰ, ਸਾਡੇ ਨੇਸ਼ਨ ਨੂੰ ਰਿਕੁਆਇਰਡ ਨੇ ਕਿ ਤੁਹਾਡੇ ਵਰਗਾ ਯੂਥ ਅੱਗੇ ਆਵੇ, ਠੀਕ ਹੈ। ਤੁਸੀਂ ਜਿਸ ਤਰੀਕੇ ਨਾਲ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਆਈ ਵਿਸ਼ ਯੂ ਬੈਸਟ ਆਫ ਲੱਕ ਐਂਡ ਕੰਗ੍ਰੈਚੁਲੇਸ਼ਨਸ ਕਿ ਬਹੁਤ ਵਧੀਆ ਕਰ ਰਹੇ ਹੋ, ਤੇ ਅੱਗੇ ਜਾ ਕੇ ਹੋਪਫੁਲੀ ਕਿ ਤੁਹਾਡੇ ਵਰਗਾ ਯੂਥ ਸਾਡੀ ਨੇਸ਼ਨ ਨੂੰ ਲੀਡ ਕਰੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।